ਕੈਪਟਨ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਸ਼ਰੇਆਮ ਰੈਲੀਆਂ ਦੇ ਵਿੱਚ ਕਹਿ ਰਿਹਾ ਵੀ ਬੇਅਦਬੀ ਬਾਦਲ ਨੇ ਕਰਵਾਈ ਹੈ। ਬੇਅਦਬੀ ਦੀਆਂ ਪੈੜਾਂ ਤੇ ਗੋਲੀਆਂ ਚਲਾਉਣ ਵਾਲਿਆਂ ਦੀਆਂ ਪੈੜਾਂ ਲੰਬੀ ਨਹੀਂ ਜਾਂਦੀਆਂ। ਜੋ 2 ਮਹੀਨੇ 3 ਮਹੀਨਿਆਂ 'ਚ ਸਜ਼ਾ ਦੇਣ ਦੀ ਗੱਲ ਕਰਦੇ ਸੀ, ਅੱਜ 4 ਸਾਲ ਬੀਤ ਚੁੱਕੇ ਆ। ਜਿਹੜਾ ਸਿਸਟਮ ਹੈ ਇਸ ਨਿਆਂ ਪ੍ਰਣਾਲੀ ਦਾ, ਉਹ ਬਹੁਤ ਜ਼ਿਆਦਾ ਗੰਧਲਾ ਹੋ ਚੁੱਕਿਆ ਤੇ ਦੋਸ਼ੀਆਂ ਦੇ ਨਾਲ ਮਿਲ ਕੇ ਚੱਲ ਰਿਹਾ। ਲੋਕ ਸਿਆਣੇ ਆ, ਹੁਣ ਇਹਨਾਂ ਤੋਂ ਨਕਾਰਨ, ਇਹਨਾਂ ਨੂੰ ਪਾਸੇ ਕਰਨ। ਜਿਹੜੀ ਪੰਜਾਬ ਦੀ ਵਾਂਗਡੋਰ ਆ, ਤਾਂ ਆਪਾਂ ਗੱਲ ਕਰੀਏ ਜੇ ਰਾਜਨੀਤੀ ਵਾਲੀ, ਤਾਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਹੋਵੇ, ਕੁਛ ਵੱਖਰਾ ਹੋਵੇ। ਜਿਹੜੇ ਸਾਡੇ ਗੁਰੂ ਦੇ ਨਹੀਂ ਹੁੰਦੇ, ਉਹ ਸਾਡੇ ਪੰਜਾਬ ਦੇ ਲੋਕਾਂ ਦੇ ਕਿੱਥੋਂ ਹੋ ਜਾਣਗੇ। ਕਹਿੰਦੇ ਕਿ ਪ੍ਰਾਪਤੀਆਂ ਬਹੁਤ ਹੋਈਆਂ, ਤੁਸੀਂ ਉਹ ਸ਼ਹੀਦ ਪਰਿਵਾਰ ਚੋਂ ਸਾਰਾ ਕੁਝ ਹੰਡਾਇਆ, ਕਿਹੜੀ ਪ੍ਰਾਪਤੀ ਹੋਈ ਹੈ? ਮੋਰਚੇ ਦੀ ਪ੍ਰਾਪਤੀ ਜਿਹੜੀਆਂ 3 ਮੰਗਾਂ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਹੋਈ। ਨਾ ਤਾਂ ਬੰਦੀ ਸਿੰਘ ਉਹ ਦਿਨਾਂ ਦੇ ਵਿੱਚ ਬਾਹਰ ਆਏ, ਨਾ ਬੇਅਦਬੀ ਵਾਲੇ ਦੋਸ਼ੀ ਆ ਜਿਹੜੇ। ਪ੍ਰਾਪਤੀਆਂ ਕਿਹੜੀਆਂ ਗਿਣਾਉਂਦੇ ਆ? ਦੇਖੋ, ਉਹ ਦੱਸ ਸਕਦੇ ਵੀ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਜਿਹੜੀ ਉਹਨਾਂ ਦੇ ਅੰਦਰ ਖਾਤੇ ਪ੍ਰਾਪਤੀਆਂ ਹੋਈਆਂ। ਹੋ ਸਕਦਾ ਆਪਦੀਆਂ ਉਹਨਾਂ ਦੀਆਂ ਕੋਈ ਨਿੱਜੀ ਪ੍ਰਾਪਤੀਆਂ ਹੋ ਗਈਆਂ ਹੋਣ। ਇਸ ਟਾਈਮ ਜਿਹੜੀ ਜੁੜ ਨਹੀਂ ਸੀ ਟੁੱਟ ਚੁੱਕੀ ਉਸ ਮਸਲੇ ਨੂੰ ਲੈ ਕੇ। ਅੱਜ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ। ਜੇ ਬੇਅਦਬੀ ਬਾਦਲ ਦੇ ਰਾਜ ਦੇ ਵਿੱਚ 100-150 ਵਾਰ ਹੋ ਗਈ ਆ, ਤੇ ਕੈਪਟਨ ਦੇ ਰਾਜ ਵਿੱਚ ਵੀ 150-200 ਵਾਰ ਹੋ ਚੁੱਕੀ ਆ। ਮੰਡ ਸਾਹਿਬ ਦਾ ਫਰਜ਼ ਨਹੀਂ ਸੀਗਾ ਵੀ ਜਥੇਦਾਰ ਖਵਾਉਣਾ, ਤਾਂ ਕਹਿ ਦਿੰਦੇ ਕੌਮ ਨੇ ਲਾਤਾ। ਕੌਮ ਨੇ ਇੱਕ ਦਿਨ ਇਕੱਠ ਕਰਕੇ ਤੁਹਾਨੂੰ ਜ਼ਿੰਮੇਵਾਰੀ ਦੇਤੀ, ਤੁਸੀਂ ਕੌਮ ਦੀ ਜ਼ਿੰਮੇਵਾਰੀ ਨਿਭਾਓ। ਤੁਹਾਨੂੰ ਕੀ ਲੱਗਦਾ ਕਿ ਬਰਗਾੜੀ ਚੋਂ ਕਿਹੜੀ ਪ੍ਰਾਪਤੀ ਹੋਈ? ਜੀ ਕੋਈ ਨਹੀਂ ਹੋਈ। ਬਗਰਾੜੀ ਚੋਂ ਪ੍ਰਾਪਤੀ ਕੋਈ ਨਹੀਂ ਹੋਈ। ਕੌਮ ਰੋਲੀ ਗਈ ਹੈ, ਕੌਮ ਧੱਕੀ ਗਈ ਹੈ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਕੀਤੇ ਗਏ ਆ। ਜੇ ਗੱਲ ਅਦਾਲਤਾਂ ਦੀ ਰਹਿੰਦੀ ਹੈ ਤਾਂ ਉੱਥੇ ਆਪਾਂ ਦੋਸ਼ੀ ਆ, ਇੱਕ ਦੋਸ਼ੀ ਆਉਂਦੇ ਆ। ਜੇ ਸੈਣੀ ਦੀ ਗੱਲ ਕਰੀਏ ਤਾਂ ਉਹ ਆਪਣੇ 50 ਤੋਂ 30 ਬੰਦੇ ਜਿਹੜੇ ਸਿਵਲ ਦੇ ਵਿੱਚ ਲੈ ਕੇ ਉੱਥੇ ਆ ਜਾਂਦਾ। ਕਿ ਲੋਕ ਨੂੰ ਇੰਨਾ ਪਿਆਰ ਕਰਦੇ ਆ, ਗੁਰੂ ਨੂੰ ਪਿਆਰ ਨਹੀਂ ਕਰਦੇ। ਜੇ ਉਹਨਾਂ ਦੇ 50 ਤੋਂ 70 ਬੰਦੇ ਸੀਗੇ ਤੇ ਤੁਹਾਡੇ ਕਿੰਨੇ ਸੀ? ਇਕੱਲਾ ਹੀ ਸੀਗਾ ਜੀ। ਕੌਮ ਕਿੱਥੇ ਹੈ? ਕੌਮ ਫੇਸਬੁੱਕ ਤੇ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਤੁਹਾਡਾ ਆਪਣਾ ਜਮੀਤ ਸਿੰਘ ਖੱਪਿਆਂ ਵਾਲੀ। ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ, ਤੇ ਇੱਕ ਹੁਣ ਜਿਹੜੇ ਪਿਛਲੇ ਮੁੱਦੇ ਹੈਗੇ ਸੀ ਉਹਨਾਂ 'ਤੇ ਗੱਲਬਾਤ ਕਰ ਲੈਣੀ ਵੀ ਜ਼ਰੂਰੀ ਆ। ਜਿਵੇਂ ਬਾਈਬਲ ਗੋਲੀकांड ਹੁੰਦਾ, ਉਹਦੇ ਵਿੱਚ 2 ਸਿੰਘ ਸ਼ਹੀਦ ਹੁੰਦੇ ਆ। ਉਹਨਾਂ ਦਾ ਕੇਸ ਜਿਹੜਾ ਅਦਾਲਤ ਫਰੀਦਕੋਟ ਦੇ ਵਿੱਚ ਚੱਲਦਾ ਹੈ। ਉਸ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲਦਾ ਹੈ, ਤੇ ਉਸ ਚੀਜ਼ ਨੂੰ ਲੈ ਕੇ ਇੱਕ ਕਾਫੀ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਅਦਾਲਤ ਦੇ ਵਿੱਚੋਂ ਜਿਹੜੇ DGP ਸੁਮੇਧ ਸੈਣੀ ਤੇ IG ਉਮਰਾ ਨੰਗਲ ਜਿਹੜੇ ਸੀਗੇ, ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ। ਜਿਹੜੀ ਨਵੀਂ ਅਪਡੇਟ ਆ ਉਸ ਸੰਬੰਧੀ ਗੱਲਬਾਤ ਕਰਾਂਗੇ। ਸਾਡੇ ਨਾਲ ਰਹਿਣਗੇ ਸ਼ਹੀਦ ਭਾਈ ਹਰਕ੍ਰਿਸ਼ਨ ਭਗਵਾਨ ਜੀ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਵਾਲਾ। ਇਹਨਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਅਕਾਲ ਚੈਨਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਰਾਜ ਜੀ, ਕਿਵੇਂ ਦੇਖਦੇ ਹੋ ਕਿ ਜਿਹੜਾ ਕੇਸ ਚੱਲ ਰਿਹਾ ਸੀ ਤੁਹਾਡਾ ਫਰੀਦਕੋਟ ਦੀ ਕੋਰਟ ਦੇ ਵਿੱਚ, ਕੀ ਬਣਿਆ ਉਸਦਾ ਅਪਡੇਟ ਕੀ ਹੈ? ਕੇਸ ਆ ਜਿਹੜਾ ਫਰੀਦਕੋਟ ਦੀ ਕੋਰਟ ਦੇ ਵਿੱਚ ਅੱਜ ਵੀ ਜਿਹੜਾ ਚੱਲ ਰਿਹਾ, ਨਿਰੰਤਰ ਚੱਲ ਰਿਹਾ। ਸੋ ਉਹਦੇ ਵਿੱਚ ਅਪਡੇਟ ਇਹ ਆ ਕਿ ਸੁਮੇਧ ਸੈਣੀ ਉਸ ਟਾਈਮ ਦੇ ਸਾਬਕਾ DGP ਅਤੇ IG ਪਰਮਰਾਜ ਉਮਰਾ ਨੰਗਲ, ਜਿਨ੍ਹਾਂ ਦੀ ਦੇਖ ਰੇਖ ਹੇਠ ਸਾਰਾ ਇਹ ਕਾਂਡ ਨੂੰ ਇਲਜ਼ਾਮ ਦਿੱਤਾ ਗਿਆ। ਅਨੇਕਾਂ ਸਿੱਖ ਉੱਥੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਗਈਆਂ, ਅਨੇਕਾਂ ਫੱਟੜ ਕੀਤੇ ਗਏ, ਤੇ ਉਹਨਾਂ ਦੇ ਵਿੱਚੋਂ 2 ਜਿਹੜੇ ਸਿੱਖ ਸ਼ਹੀਦ ਹੋਏ ਆ, ਜਿਨ੍ਹਾਂ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਦੂਸਰਾ ਵੱਡਾ ਵੀਰ ਗੁਰਜੀਤ ਸਿੰਘ ਸਰਾਵਾਂ, ਜਿਹੜੇ ਬਾਈਬਲ ਗੋਲੀकांड ਦੇ ਵਿੱਚ ਸ਼ਹੀਦ ਹੁੰਦੇ ਆ। ਤਾਂ IG ਪਰਮਰਾਜ ਉਮਰਾ ਨੰਗਲ ਅਤੇ ਸੁਮੇਧ ਸੈਣੀ ਨੂੰ ਜਿਹੜਾ ਬਾਈਬਲ ਦੇ ਵਿੱਚ ਕੰਵਰ ਵਿਜੇ ਪ੍ਰਤਾਪ, ਜੋ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਨੇ, ਉਹਨਾਂ ਵੱਲੋਂ ਨਾਮਜ਼ਦ ਕੀਤੇ ਗਏ ਆ। ਤਾਂ ਉਹਨਾਂ ਦਾ ਕੇਸ ਆ ਜਿਹੜਾ ਅੱਜ ਦੇ ਟਾਈਮ ਫਰੀਦਕੋਟ ਅਦਾਲਤ ਦੇ ਵਿੱਚ ਜਿਹੜਾ ਚੱਲ ਰਿਹਾ। ਕੇਸ ਕਿੱਥੋਂ ਤੱਕ ਪਹੁੰਚਿਆ? ਅਪਡੇਟ ਕੀ ਹੈ ਨਵੀਂ? ਕੇਸ ਦੇਖੋ, ਇਹਨਾਂ ਲੋਕਾਂ ਦੇ ਲਈ ਜਿਹੜਾ ਕਾਨੂੰਨ ਆ, ਉਹ ਆਮ ਸਿੱਖ ਨਾਲੋਂ ਜਾਂ ਆਮ ਲੋਕਾਂ ਨਾਲੋਂ ਕੁਝ ਵੱਖਰਾ ਹੀ ਹੈ। ਜੇ ਆਪਾਂ ਗੱਲ ਕਰੀਏ ਕਿਸੇ ਨੋਰਮਲ ਸਿੱਖ ਦੀ ਜਾਂ ਨੋਰਮਲ ਪੰਜਾਬੀ ਭਾਈ ਦੀ ਗੱਲ ਕਰੀਏ, ਤਾਂ ਉਹਨਾਂ ਨੂੰ 302 ਤੇ 307 ਦੇ ਵਿੱਚ ਜਿਹੜੀ ਸਜ਼ਾ ਸੁਣਾਉਣੀ, ਉਹ ਤਾਂ ਇੱਕ ਵੱਖਰੀ ਗੱਲ ਹੈ। ਉਹਦੀ ਜ਼ਮਾਨਤ ਦੇ ਲਈ ਵੀ ਤਕਰੀਬਨ 2-2.5 ਸਾਲ ਉਹਨੂੰ ਪਹਿਲਾਂ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ। ਉਸ ਤੋਂ ਬਾਅਦ ਕਿਤੇ ਜਾ ਕੇ ਉਹਨਾਂ ਦੀ ਜ਼ਮਾਨਤ ਲੱਗਦੀ ਆ। ਸੋ ਜ਼ਮਾਨਤ ਫਿਰ ਜਾ ਕੇ ਉਹਨਾਂ ਦੀ ਐਕਸੈਪਟ ਹੁੰਦੀ ਆ, ਫਿਰ 1-2 ਵਾਰੀ ਖਾਰਜ ਹੁੰਦੀ ਆ। ਉਸ ਤੋਂ ਬਾਅਦ ਉਹਨਾਂ ਦੀ ਬੇਲ ਅਰਜੀ ਜਿਹੜੀ ਲੱਗਦੀ ਆ, ਫਿਰ ਉਹਨਾਂ ਨੂੰ ਜ਼ਮਾਨਤ ਮਿਲਦੀ ਆ। ਪਰ ਇਹਨਾਂ ਦੇ ਲਈ ਵੱਖਰਾ ਇਉਂ ਆ, ਕਿਉਂਕਿ ਇਹਨਾਂ ਨੂੰ ਜ਼ਮਾਨਤ ਆ ਜਿਹੜੀ ਕੇਸ ਦੇ ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਹੀ ਜਿਹੜੀ ਅਦਾਲਤਾਂ ਵੱਲੋਂ ਜ਼ਮਾਨਤਾਂ ਦਿੱਤੀਆਂ ਜਾਂਦੀਆਂ। ਸੋ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਇਨਵੈਸਟੀਗੇਸ਼ਨ ਆਫਿਸਰ ਆਪਣੀ ਤਨਦੇਹੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਆ, ਇਹਨਾਂ ਨੂੰ ਨਾਮਜ਼ਦ ਕਰਨ ਤੱਕ ਉਹਨਾਂ ਨੇ ਆਪਣਾ
ਦਿਨ ਰਾਤ ਇੱਕ ਕੀਤਾ। ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਕਰਨਾ ਜਿਹੜਾ ਜੁਡੀਸ਼ਲੀ ਦਾ ਫਰਜ਼ ਸੀ। ਸਬੂਤਾਂ ਦੇ ਆਧਾਰ ਤੇ ਕਾਰਵਾਈ ਹੁੰਦੀ, ਉਹਨਾਂ ਦੇ ਨਾਮ ਜਿਹੜੇ ਆ ਅਦਾਲਤਾਂ ਦੇ ਵਿੱਚ ਜਦੋਂ ਨੋਮੀਨੇਟ ਕੀਤੇ ਜਾਂਦੇ ਆ ਉਹ ਨਾ ਆਉਂਦੇ ਆ, ਤਾਂ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਹੈ। ਤਾਂ ਉੱਥੋਂ ਦੇ ਐਡਵੋਕੇਟ ਜਨਰਲ ਜਿਹੜੇ ਆ, ਪੰਜਾਬ ਦੇ ਜਨਰਲ ਐਡਵੋਕੇਟ ਅਤੁਲ ਨੰਦਾ, ਉਹਨਾਂ ਦਾ ਉੱਥੇ ਜਾ ਕੇ ਆਪਣਾ ਇੱਕ ਸਟਰੋਂਗ ਪੱਖ ਰੱਖਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਨੂੰ ਆਧਾਰਿਤ ਮੰਨਦੇ ਹੋਏ। ਪਰ ਉਹ ਕਿਤੇ ਨਾ ਕਿਤੇ ਜਿਹੜਾ ਉਹ ਦੋਸ਼ੀਆਂ ਦੇ ਨਾਲ, ਮੈਂ ਇਹਨਾਂ ਨੂੰ ਦੋਸ਼ੀ ਕਹੂੰਗਾ ਕਿਉਂਕਿ ਇਹਨਾਂ ਨੇ ਸਾਰਾ ਜਿਹੜਾ ਕਾਂਡ ਨੂੰ ਇਲਜ਼ਾਮ ਦਿੱਤਾ। ਕੋਰਟ ਦੋਸ਼ੀ ਕਿਉਂ ਨਹੀਂ ਮੰਨ ਰਹੀ ਫਿਰ? ਕੋਰਟ ਕਹਿ ਰਹੇ ਹੋ ਕਿ ਉਹ ਦੋਸ਼ੀ ਆ, ਪਰ ਕੋਰਟ ਨੇ ਜ਼ਬਾਨ ਤੇ ਦਿੱਤੀ, ਕਿਸੇ ਗੱਲ ਤੇ ਦਿੱਤੀ। ਦੇਖੋ ਜੀ, ਇਹੀ ਮੈਂ ਗੱਲ ਕਰ ਰਿਹਾ ਨਾ ਵੀ ਜਿਹੜੀ ਇਹਨਾਂ ਦੀ ਸਰਕਾਰਾਂ ਦੇ ਨਾਲ ਮਿਲੀ ਭੁਗਤਾ, ਸਰਕਾਰਾਂ ਇਹਨਾਂ ਦੇ ਨਾਲ ਰਲ ਕੇ ਚੱਲਦੀਆਂ, ਕਿਉਂਕਿ ਸਰਕਾਰਾਂ ਇਹਨਾਂ ਦੇ ਬਲਬੂਤੇ ਤੇ ਬਣਦੀਆਂ ਤੇ ਗੁੰਡਾਗਰਦੀ ਦਾ ਜਿਹੜਾ ਇਹਨਾਂ ਦੇ ਸਿਰ ਤੇ ਹੱਥ ਰੱਖਦੀਆਂ, ਤਾਂ ਹੀ ਇਹ ਇੱਕ ਪੁਲਿਸ ਵਾਲੀ ਵਰਦੀ ਦੇ ਵਿੱਚ ਗੁੰਡੇ ਬਣ ਕੇ ਲੋਕਾਂ ਨੂੰ ਪਰੇਸ਼ਾਨ ਜਾਂ ਕਹਿ ਲਓ ਵੀ ਤੰਗ ਕਰਦੇ ਆ। ਮੈਂ ਆਪਣੀ ਉਸੇ ਗੱਲ ਤੇ ਰਹਿਣਾ। ਅਤੁਲ ਨੰਦਾ ਦਾ ਜਿਹੜਾ ਹਾਈ ਕੋਰਟ ਦੇ ਵਿੱਚ ਨਾ ਜਾਣਾ, ਇਹਨਾਂ ਦੇ ਨਾਲ ਹੱਥ ਮਿਲਾਉਣਾ, ਉਹ ਕਿਤੇ ਨਾ ਕਿਤੇ ਇਹਨਾਂ ਦੀ ਸੋਚੀ ਸਮਝੀ। ਵੈਸੇ ਇੱਥੇ ਕੌਣ ਕੇਸ ਲੜ ਰਿਹਾ ਸੀ? ਚਲ ਆਪਾਂ ਥੋੜਾ ਡਿਟੇਲ 'ਚ ਜਾਣਦੇ ਆ। ਜਿਹੜਾ ਫਰੀਦਕੋਟ ਦੀ ਅਦਾਲਤ 'ਚ ਕੇਸ ਲੜ ਗਿਆ, ਤੁਹਾਡਾ ਵਕੀਲ ਕੌਣ ਸੀ? ਸਾਡੇ ਵਕੀਲ ਆ ਜਿਹੜੇ ਉਹ 'ਚ ਹਰਪਾਲ ਸਿੰਘ ਜੀ ਖਾਰਾ ਬਠਿੰਡੇ ਤੋਂ ਨੇ, ਉਹ ਲੜ ਫਰੀਦਕੋਟ ਦੇ ਵਿੱਚੋਂ ਮੈਂ ਗੱਲ ਕਰਾਂ ਤਾਂ ਇਹਨਾਂ ਦੀ ਜਿਹੜੀ ਆ ਬੇਲ ਅਰਜੀ ਖਾਰਜ ਕੀਤੀ ਜਾਂਦੀ ਆ। ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਜ਼ਮਾਨਤ ਮਿਲਦੀ ਆ ਉਹ ਹਾਈ ਕੋਰਟ ਤੋਂ, ਜਿਹੜੀ ਇਹਨਾਂ ਦੀ ਬੇਲ ਆ ਜਿਹੜੀ ਇਹਨਾਂ ਨੂੰ ਹਾਈ ਕੋਰਟ ਤੋਂ ਮਿਲਦੀ ਆ। ਤਾਂ ਹਾਈ ਕੋਰਟ ਦੇ ਵਿੱਚ ਤੁਹਾਡਾ ਵਕੀਲ ਕਿਹੜਾ ਸੀ? ਹਾਈ ਕੋਰਟ ਦੇ ਵਿੱਚ ਜਿਹੜੇ ਇਸ ਟਾਈਮ ਸਰਕਾਰੀ ਵਕੀਲ ਜਾਂਦੇ ਆ, ਜਿਹੜੇ ਸਾਡੇ ਵਕੀਲ, ਮੇਰਾ ਵਕੀਲ ਇਸ ਟਾਈਮ ਨਹੀਂ ਸੀ ਉਸ ਦੇ ਵਿੱਚ, ਪਰ ਸਰਕਾਰੀ ਪੱਖ ਤੋਂ ਜਿਹੜੇ ਵਕੀਲ ਜਾਂਦੇ ਆ, ਕਿਉਂਕਿ ਉੱਥੇ ਸੈੱਟ ਦੀ ਜਿਹੜੀ ਡੇਟ ਪੈਂਦੀ ਆ, ਤਾਂ ਉਸ ਅਕੋਰਡਿੰਗ ਉਹਨਾਂ ਦੇ ਜਿਹੜੇ ਸਰਕਾਰੀ ਵਕੀਲ ਆ ਉਹ ਜਾਂਦੇ ਆ। ਤੇ ਸਰਕਾਰੀ ਵਕੀਲ ਆ ਉਹਨਾਂ ਦੀ ਇੱਕ ਉੱਥੇ ਜਾਣਾ, ਹਾਜ਼ਰੀ ਜਿਹੜੀ ਆ ਜ਼ਰੂਰੀ ਹੁੰਦੀ ਆ। ਜੇ ਸਰਕਾਰੀ ਵਕੀਲ ਜਾ ਕੇ ਆਪਣਾ ਪੱਖ ਰੱਖੂਗਾ ਤਾਂ ਹੀ ਉਹਨਾਂ ਦੀ ਜ਼ਮਾਨਤ ਖਾਰਜ ਹੋਣੀ ਆ ਜਾਂ ਉਹਨਾਂ ਨੂੰ ਬੇਲ ਨਹੀਂ ਮਿਲਣੀ। ਸਰਕਾਰੀ ਵਕੀਲ ਉੱਥੋਂ ਗੈਰ ਹਾਜ਼ਰ ਰਹਿੰਦੇ ਆ, ਤੇ ਜਿਹੜੇ ਉਹਨਾਂ ਦੀ ਥਾਂ ਤੇ ਜੂਨੀਅਰ ਜਾਂਦੇ ਆ, ਗੌਰਵ ਗਰ ਕਰਕੇ ਨਾਮ ਆ ਸਰਕਾਰੀ ਵਕੀਲ ਨੇ ਜਿਹੜੇ ਅਤੁਲ ਨੰਦਾ, ਉਹ ਉੱਥੇ ਜਾਂਦੇ ਹੀ ਨਹੀਂ, ਉਹ ਗੈਰ ਹਾਜ਼ਰ ਰਹਿੰਦੇ ਆ। ਤੇ ਗੈਰ ਹਾਜ਼ਰੀ ਨੂੰ ਕਿਵੇਂ ਦੇਖਦੇ ਹੋ? ਗੈਰ ਹਾਜ਼ਰੀ ਇਹਨਾਂ ਦੀ ਮਿਲੀ ਭੁਗਤ ਜਿਹੜੀ ਨਜ਼ਰ ਆਉਂਦੀ ਆ, ਇੱਕ ਹਾਈ ਲੈਵਲ ਦਾ ਕੇਸ ਹੋਵੇ, ਪੰਜਾਬ ਦਾ ਜਿਹੜਾ ਦੁਖਾਂਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਹੋਵੇ, ਉਹਦੇ ਵਿੱਚ ਬੇਦੋਸ਼ੀਆਂ ਤੇ ਗੋਲੀਆਂ ਚੱਲੀਆਂ ਹੋਣ, ਤਾਂ ਉਹਨੂੰ ਸਜ਼ਾ ਦਿਵਾਉਣ ਲਈ ਹਰ ਇੱਕ ਨੂੰ ਉੱਥੇ ਜਿਹੜੀ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਆ, ਜਿਹਦੇ ਵਿੱਚ ਸਰਕਾਰੀ ਵਕੀਲਾਂ ਦਾ ਰੋਲ ਹੁੰਦਾ। ਜੇ ਇਨਵੈਸਟੀਗੇਸ਼ਨ ਟੋਟਲ ਟੌਪ ਦੀ ਗਈ ਆ, ਉੱਥੇ ਪ੍ਰੋਪਰ ਇਨਵੈਸਟੀਗੇਸ਼ਨ ਗਈ ਆ, ਤਾਂ ਉਹਨੂੰ ਚੰਗੇ ਤਰੀਕੇ ਨਾਲ ਜੱਜ ਦੇ ਸਾਹਮਣੇ ਰੱਖਣਾ ਇੱਕ ਚੰਗੇ ਵਕੀਲ ਦਾ ਕੰਮ ਹੈ। ਜੇ ਆਪਾਂ ਕਹੀਏ ਤਾਂ ਉੱਥੇ ਵਕੀਲਾਂ ਦਾ ਕੰਮ ਬਣਦਾ ਸੀ, ਪਰ ਉੱਥੇ ਉਹ ਆਪ ਗੈਰ ਹਾਜ਼ਰ ਰਹਿੰਦੇ ਆ। ਉਹਨਾਂ ਦੀ ਥਾਂ ਤੇ ਜੂਨੀਅਰ ਜਾਂਦੇ ਆ, ਜੋ ਗੌਰਵ ਗਰ ਕਰਕੇ ਨਾਮ ਹੈ, ਉਹ ਸੈਣੀ ਦੇ ਕਰੀਬੀ ਆ, ਰਿਸ਼ਤੇਦਾਰ ਆ, ਤੇ ਉਹਨਾਂ ਦੀ ਵਾਰਡਿੰਗ ਇਹ ਉਹ ਸੈਣੀ ਦੇ ਖਿਲਾਫ ਨਹੀਂ ਜਾਣਗੇ। ਸੋ ਇੱਥੇ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਸਰਕਾਰੀ ਵਕੀਲ ਆ ਉਹ ਕੋਰਟ ਦੇ ਵਿੱਚ ਜਾ ਕੇ ਵੀ ਇੱਕ ਡੰਮੀ ਦਾ ਕੰਮ ਕਰਦੇ ਆ, ਵੀ ਇੱਕ ਪੱਖ ਤੋਂ ਇਹ ਇੰਨਾ ਖੜਦੇ ਆ ਵੀ ਇੱਥੇ ਵਕੀਲ ਆ, ਸਰਕਾਰੀ ਵਕੀਲ ਆਏ ਸੀ, ਕੁਝ ਬੋਲੇ ਨਹੀਂ। ਆਪਾਂ ਪ੍ਰਾਈਵੇਟ ਵਕੀਲ ਖੜਾ ਨਹੀਂ ਕਰ ਸਕਦੇ ਹੁੰਦੇ ਆਪਦੇ? ਦੇਖੋ, ਪ੍ਰਾਈਵੇਟ ਵਕੀਲ ਵੀ ਖੜੇ ਕਰਦੇ ਆ, ਜਾਂਦੇ ਆ, ਵਕੀਲ ਖੜੇ ਹੁੰਦੇ ਆ, ਜਾਂਦੇ ਆ ਜੀ। ਪਰ ਜੇ ਸਰਕਾਰ ਨੇ ਵਾਅਦੇ ਕੀਤੇ ਆ, ਸਰਕਾਰ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਬਣਾਈ ਗਈ ਹੈ, ਜੇ ਅਸੀਂ ਆਪਣੇ ਵਾਅਦੇ ਕਰਨੇ ਸੀ, ਜੇ ਅਸੀਂ ਆਪ ਉੱਥੇ ਜਾ ਕੇ ਵਕੀਲਾਂ ਦੀ ਜਿਹੜੀ ਆ ਮਤਲਬ ਟੀਮ ਖੜੀ ਕਰਨੀ ਆ, ਤਾਂ ਫਿਰ ਸਰਕਾਰ ਆਪਣਾ ਰੋਲ ਕਿਉਂ ਇਦਾਂ ਨਿਭਾ ਰਹੀ ਆ? ਸਰਕਾਰ ਕਿਉਂ ਲੋਕਾਂ ਦੀਆਂ ਭਾਵਨਾਵਾਂ ਖੇਡ ਕੇ ਸਰਕਾਰ ਬਣਾਈ ਗਈ? ਸਰਕਾਰ ਉਸ ਟਾਈਮ ਕਹਿ ਦਿੰਦੀ, ਬੰਨ ਤੋਂ ਪਹਿਲਾਂ ਕੈਪਟਨ ਸਾਹਿਬ ਕਹਿ ਦਿੰਦੇ ਵੀ ਸਾਡੇ ਵੱਸੋਂ ਬਾਹਰ ਹੈ, ਜਾਂ ਬਾਦਲ ਹੀ ਕਹਿ ਦਿੰਦੇ ਵੀ ਸਾਡੇ ਵੱਸੋਂ ਬਾਹਰ ਹੈ, ਕਿਉਂਕਿ ਬਾਦਲ ਨੇ ਵੀ ਉਸ ਟਾਈਮ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਜਸਟਿਸ ਜੋਰਾ ਸਿੰਘ ਬਣਾਇਆ ਸੀ, ਜਿਹਦੀ ਉਹਨਾਂ ਨੇ ਰਿਪੋਰਟ ਹੀ ਐਕਸੈਪਟ ਨਹੀਂ ਕੀਤੀ। ਅੱਜ ਦੇ ਟਾਈਮ ਜਸਟਿਸ ਜੋਰਾ ਸਿੰਘ ਵੀ ਇਹ ਮਤਲਬ ਲੋਕਾਂ ਨੂੰ ਦੱਸ ਰਹੇ, ਪਿੱਟ ਰਹੇ ਕਿ ਮੇਰੀ ਰਿਪੋਰਟ ਦੇ ਆਧਾਰ ਤੇ ਇਹਨੇ ਕੰਮ ਕੀਤਾ ਹੋਣਾ ਹੁੰਦਾ ਤਾਂ ਦੋਸ਼ੀ ਅੱਜ ਨੂੰ ਜੇਲ੍ਹਾਂ 'ਚ ਹੁੰਦੇ। ਤੇ ਕੈਪਟਨ ਨੇ ਜਦੋਂ ਇਲੈਕਸ਼ਨ ਲੜਦੇ ਆ ਤਾਂ ਵਾਅਦੇ ਕਰਦੇ। ਜਸਟਿਸ ਵੀ ਦੋ ਸੀ, ਮੇਰੇ ਗਲਤ ਨਾ ਹੋਵਾ ਤਾਂ ਰਣਜੀਤ ਸਿੰਘ ਤੇ ਜੋਰਾ ਸਿੰਘ ਜੀ, ਉਹਨਾਂ ਦਾ ਕੀ ਬਣਿਆ ਜਿਹੜੀਆਂ ਉਹ ਰਿਪੋਰਟਾਂ? ਜਿਹੜੇ ਜਸਟਿਸ ਜੋਰਾ ਸਿੰਘ ਸੀਗੇ ਉਹ ਬਾਦਲ ਸਰਕਾਰ ਦੇ ਵਿੱਚ ਬਣਾਏ ਗਏ ਆ। ਉਹ ਇੱਕ ਉਹਨਾਂ ਨੇ ਮਤਲਬ ਆਪਣਾ ਪੱਖ ਰੱਖਣ ਲਈ, ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਜਸਟਿਸ ਬਣਾਏ ਸੀਗੇ, ਤਾਂ ਉਹਨਾਂ ਦੀ ਰਿਪੋਰਟ ਵੀ ਜਿਹੜੀ ਬਣਾਈ ਆ ਉਹ ਐਕਸੈਪਟ ਨਹੀਂ ਕੀਤੀ। ਇਹ ਬਾਦਲਾਂ ਦੇ ਟੇਬਲ ਤੇ ਜਿਹੜੀ ਰਿਪੋਰਟ ਆ ਕਿਤੇ ਨਾ ਕਿਤੇ ਰੁਲਦੀ ਹੋਊਗੀ। ਕੈਪਟਨ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਸ਼ਰੇਆਮ ਰੈਲੀਆਂ ਦੇ ਵਿੱਚ ਕਹਿ ਰਿਹਾ ਵੀ ਬੇਅਦਬੀ ਬਾਦਲ ਨੇ ਕਰਵਾਈ ਆ, ਗੋਲੀਆਂ ਬਾਦਲ ਨੇ ਚਲਾਈਆਂ, ਬੇਅਦਬੀ ਦੀਆਂ ਪੈੜਾਂ ਤੇ ਗੋਲੀਆਂ ਚਲਾਉਣ ਵਾਲਿਆਂ ਦੀਆਂ ਪੈੜਾਂ ਲੰਬੀ ਨੂੰ ਜਾਂਦੀਆਂ। ਸੋ ਕਿਤੇ ਨਾ ਕਿਤੇ ਕੈਪਟਨ ਦੇ ਜਿਹੜੇ ਪਹਿਲੇ ਬੋਲ ਸੀ, ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ, ਉਹ ਅੱਜ ਲੋਕਾਂ ਦੇ ਵਿੱਚੋਂ ਨਕਾਰਦੇ ਨਜ਼ਰ ਆ ਰਹੇ ਆ, ਕਿਉਂਕਿ ਉਹ ਬਾਦਲਾਂ ਦਾ ਸਾਥ ਜ਼ਿਆਦਾ ਦੇ ਰਹੇ ਆ। ਇੱਥੇ ਮੈਂ ਇਹੀ ਗੱਲ ਕਰਦਾ ਵੀ ਕਿਉਂਕਿ ਜੇ ਕੈਪਟਨ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਦੇ ਵਿੱਚ ਗੱਲ ਕੀਤੀ ਸੀ ਵੀ ਬਾਦਲ ਦੋਸ਼ੀ ਆ, ਤੇ ਅੱਜ ਉਹਨਾਂ ਨੂੰ ਬਾਦਲ ਦੋਸ਼ੀ ਕਿਉਂ ਨਹੀਂ ਲੱਗਦੇ?
ਜੋ 2 ਮਹੀਨੇ 3 ਮਹੀਨਿਆਂ 'ਚ ਸਜ਼ਾ ਦੇਣ ਦੀ ਗੱਲ ਕਰਦੇ ਸੀ, ਅੱਜ 4 ਸਾਲ ਬੀਤ ਚੁੱਕੇ ਆ। ਤੇ ਜਿਹੜੀ ਸਰਕਾਰ ਦੀ ਟੀਮ ਬਣਦੀ ਆ ਜਾਂ ਸਰਕਾਰ ਦਾ ਪੱਖ ਉੱਥੇ ਰੱਖਦੇ ਆ, ਉਹ ਐਡਵੋਕੇਟਾਂ ਦੇ ਥਰੂ ਹੀ ਅਦਾਲਤਾਂ ਦੇ ਵਿੱਚ ਰੱਖਿਆ ਜਾਂਦਾ। ਤਾਂ ਐਡਵੋਕੇਟ ਹੀ ਅਦਾਲਤਾਂ ਦੇ ਵਿੱਚੋਂ ਗੈਰ ਹਾਜ਼ਰ ਰਹਿੰਦੇ ਆ। ਵਿਰੋਧੀ ਧਿਰ ਦੇ 4 5 6 ਐਡਵੋਕੇਟ ਜਾਂਦੇ ਆ ਦੋਸ਼ੀਆਂ ਦੇ, ਸੈਣੀ ਤੇ ਉਮਰਾ ਨੰਗਲ ਦੇ, ਉਹ ਆਪਣੀ ਬੇਲ ਲੈ ਕੇ ਆ ਜਾਂਦੇ ਆ। ਸੋ ਕਿਤੇ ਨਾ ਕਿਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਸਰਕਾਰਾਂ ਜਿਹੜੀਆਂ ਇਨਸਾਫ ਨਹੀਂ ਦੇਣਾ ਚਾਹੁੰਦੀਆਂ। ਕੇਸ ਕਿੱਧਰ ਨੂੰ ਜਾਂਦਾ ਦਿਖਦਾ ਹੈ? ਇਹ ਤੁਹਾਨੂੰ ਲੱਗਦਾ ਕੇਸ ਸਹੀ ਦਿਖਾਇਆ ਜਾ ਰਿਹਾ ਜਾਂ ਫਿਰ ਤੁਹਾਡੇ ਹੱਥੋਂ ਨਿਕਲਦਾ ਜਾਂਦਾ? ਨਹੀਂ, ਕੇਸ ਦੇਖੋ, ਜੇ ਆਪਾਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਜਾਂਚ ਦੀ ਗੱਲ ਕਰੀਏ, ਉਹ ਤਾਂ ਬਹੁਤ ਸਹੀ ਦਿਸ਼ਾ ਚੱਲੀ ਸੀ। ਜਿਹੜੀ ਜਾਂਚ ਅੱਜ ਤੱਕ ਹੋਈ ਆ ਜੀ ਕੰਵਰ ਵਿਜੇ ਜਸਟਿਸ ਦੀਆਂ ਰਿਪੋਰਟਾਂ ਤਿਆਰ ਹੋਈਆਂ ਸੀ, ਉਹਨਾਂ ਤੇ ਕੀ ਤੁਹਾਨੂੰ ਭਰੋਸਾ ਸੀ ਕਿਸੇ ਤੇ? ਜਸਟਿਸ ਰਣਜੀਤ ਸਿੰਘ ਨੇ ਜਿਹੜੀ ਜਾਂਚ ਕੀਤੀ ਸੀ, ਉਹਨਾਂ ਤੇ ਮਤਲਬ ਲੋਕਾਂ ਨੇ ਵੀ ਸੰਤੁਸ਼ਟੀ ਪ੍ਰਗਟਾਈ ਹੈ, ਪੰਜਾਬ ਦੇ ਪੂਰੇ ਲੋਕਾਂ ਨੇ, ਸਿੱਖ ਸੰਗਤਾਂ ਨੇ, ਸਾਰਿਆਂ ਨੇ। ਤੇ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਕਾਇਦਾ ਉਹਦਾ ਸੈਸ਼ਨ ਵੀ ਬੁਲਾਇਆ ਗਿਆ, ਜਿਹਦੇ ਵਿੱਚ ਸੈੱਟ ਗਠਿਤ ਕੀਤੀ ਜਾਂਦੀ ਆ, ਟੀਮ ਬਣਾਈ ਜਾਂਦੀ ਆ। ਤੇ ਉਸ ਟੀਮ ਨੂੰ ਵੀ ਲੋਕਾਂ ਨੇ ਭਰੋਸੇ 'ਚ ਲਿਆ, ਭਰੋਸਾ ਦਿੱਤਾ ਲੋਕਾਂ ਨੇ ਕੰਪਰੋ ਕੀਤਾ, ਲੋਕਾਂ ਨੇ ਸਾਥ ਦਿੱਤਾ IG ਕੰਵਰ ਵਿਜੇ ਪ੍ਰਤਾਪ ਹੋਣਾ ਦਾ, ਜੋ ਅੱਜ ਤੱਕ ਅਦਾਲਤਾਂ ਦੇ ਵਿੱਚ ਇੱਕ ਉਸ ਟਾਈਮ ਦੇ DGP ਦਾ, IG ਦਾ ਤੇ ਹੋਰ ਅਨੇਕਾਂ ਅਫਸਰਾਂ ਦਾ ਨਾਂ ਆਉਣਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ ਸੈੱਟ ਦੀ, ਆਪਾਂ ਕਹਿ ਸਕਦੇ ਹਾਂ। ਪਰ ਉਹਨਾਂ ਨੂੰ ਸਜ਼ਾਵਾਂ ਸੈੱਟ ਨਹੀਂ ਦੇ ਸਕਦੀ ਆਪਾਂ ਕਹੀਏ, ਕਿਉਂਕਿ ਜੇ ਸੈੱਟ ਬਣਾਈ ਆ ਤਾਂ ਉਹਨਾਂ ਨੂੰ ਸਾਹਮਣੇ ਲਿਆਉਣ ਵਾਸਤੇ ਜਿਹੜੀ ਬਣਾਈ ਆ, ਉਹਨਾਂ ਨੂੰ ਪਾਣੀ ਦਾ ਪਾਣੀ, ਦੁੱਧ ਦਾ ਦੁੱਧ, ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਸੈੱਟ ਨੇ ਕੀਤਾ ਵੀ ਇਹ ਬੰਦੇ ਉੱਥੇ ਆਪਣੀ ਗਲਤੀ ਇਹਨਾਂ ਨੇ ਕੀਤੀ ਆ ਜਾਂ ਇਹਨਾਂ ਨੇ ਗੁੰਡਾਗਰਦੀ ਕੀਤੀ ਆ, ਧੱਕਾਸ਼ਾਹੀ ਲੋਕਾਂ ਦੇ ਨਾਲ ਕੀਤੀ ਆ, ਤਾਂ ਉਹ ਸੈੱਟ ਨੇ ਲੋਕਾਂ ਦੇ ਵਿੱਚ ਜਨਤਕ ਕਰਤਾ। ਪਰ ਜਿਹੜੀ ਸਜ਼ਾ ਦੇਣੀ ਆ ਉਹ ਜੁਡੀਸ਼ਲੀ ਦਾ ਕੰਮ ਹੁੰਦਾ। ਉੱਥੇ ਜੁਡੀਸ਼ਲੀ ਦੇ ਵਿੱਚ ਪ੍ਰਨਾਉਂਸ ਕਰਨਾ ਵਕੀਲਾਂ ਦਾ ਕੰਮ ਹੁੰਦਾ। ਤੇ ਜਿਹੜੇ ਸਰਕਾਰੀ ਪੱਖ ਤੋਂ ਵਕੀਲ ਖੜਦੇ ਆ, ਜੇ ਉਹੀ ਆਪਣਾ ਸਟਰੋਂਗ ਪੱਖ ਜਾਂ ਆਪਣਾ ਇਮਾਨਦਾਰੀ ਨਾਲ ਕੰਮ ਨਹੀਂ ਕਰਨਗੇ ਤਾਂ ਦੂਸਰੇ ਵਕੀਲ ਆਪਣਾ ਸਟਰੋਂਗ ਪੱਖ ਰੱਖ ਕੇ ਜ਼ਮਾਨਤ ਜਿਹੜੀ ਲੈ ਕੇ ਜਾਂਦੇ ਆ। ਸੋ ਉਸੇ ਤਰ੍ਹਾਂ ਹੀ ਹੋਇਆ, ਸੈਣੀ ਦੀ ਜਿਹੜੀ ਜ਼ਮਾਨਤ ਆ ਉਹ ਸਰਕਾਰੀ ਧਿਰ ਚੁੱਪ ਇੱਕ ਡੰਮੀ ਦਾ ਰੋਲ ਕਰਕੇ ਆਈ ਆ, ਵੀ ਲੋਕਾਂ ਦੇ ਲਈ ਇਹ ਲੱਗੇ ਵੀ ਉਹ ਕੋਰਟ ਦੇ ਵਿੱਚ ਗਈ ਆ, ਪਰ ਕੋਰਟ ਦੇ ਵਿੱਚ ਜਾ ਕੇ ਚੁੱਪ ਕਰਕੇ ਖੜਦੀ ਆ ਤੇ ਵਿਰੋਧੀ ਧਿਰ ਦੇ ਆਪਣੀਆਂ ਜਿਹੜੀਆਂ ਉੱਥੇ ਪ੍ਰਸ਼ੰਸਾ ਕਰਕੇ ਜੱਜ ਕੋਲੇ ਤਾਂ ਆਪਣੀ ਜਿਹੜੀ ਬੇਲ ਲੈ ਕੇ ਬਾਹਰ ਆਉਂਦੇ ਆ। ਤੇ ਮੈਂ ਪਹਿਲਾਂ ਵੀ ਇੱਥੇ ਗੱਲ ਕਹੀ ਸੀ ਵੀ ਇੱਕ ਆਮ ਸਿੱਖ ਨੇ ਜਾਂ ਆਮ ਪੰਜਾਬੀ ਨੇ ਜਾਂ ਆਮ ਕਿਸੇ ਵੀ ਵਰਗ ਦੇ ਵਿਅਕਤੀ ਨੇ ਕਤਲ ਕੀਤਾ ਹੋਵੇ ਤਾਂ ਉਹਨੂੰ 2-3 ਸਾਲ ਤਾਂ ਨਾਰਮਲ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਬਿਨਾਂ ਉਹਦੀ ਸਜ਼ਾ ਤੋਂ। ਜ਼ਮਾਨਤ ਲੈਣ ਦੇ ਲਈ ਉਹਦਾ ਜਿਹੜਾ ਦੋਸ਼ ਆ ਕਬੂਲ ਹੈ, ਇਹਨਾਂ ਨੂੰ ਜੇਲ੍ਹ 'ਚ ਰਹਿਣਾ ਪੈਂਦਾ, ਫਿਰ ਜਾ ਕੇ ਉਹਦੀ ਬੇਲ ਅਰਜੀ ਲਾਦੇ ਆ, ਫਿਰ ਕਿਤੇ ਜ਼ਮਾਨਤ ਹੁੰਦੀ ਆ, ਫਿਰ ਕੇਸ ਚੱਲਦਾ, ਫਿਰ ਕਿਤੇ ਜਾ ਕੇ ਸਜ਼ਾ ਹੁੰਦੀ ਆ। ਇਹਨਾਂ ਦੇ ਉਲਟ ਹੋ ਰਿਹਾ, ਇਹਨਾਂ ਨੂੰ ਜੇਲ੍ਹ 'ਚ ਵੀ ਨਹੀਂ ਜਾਣਾ ਪਿਆ। ਇਹ ਆਉਂਦੇ ਆ ਕੋਰਟ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਆ 2 ਦਿਨ ਪਹਿਲਾਂ ਜਿਹੜੇ ਆ ਕੇ ਗਏ ਆ ਫਰੀਦਕੋਟ ਦੀ ਕੋਰਟ ਦੇ ਵਿੱਚ ਆਪਣੀ ਗੁੰਡਾਗਰਦੀ ਤਹਿਤ, ਇੱਦਾਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਆ ਰਹੀ ਇਹਨਾਂ ਬੰਦਿਆਂ ਨੂੰ ਆਉਣ ਲੱਗਣ ਨੂੰ। ਦੋਨੋਂ ਆਏ ਸੀ? ਬਿਲਕੁਲ ਜੀ, ਦੋਨੋਂ ਆਏ ਸੀ, ਉਮਰਾ ਨੰਗਲ ਤੇ ਸੈਣੀ। ਇਹਨਾਂ ਨੂੰ ਆਉਂਦਿਆਂ ਨੂੰ ਕੋਈ ਇੱਦਾਂ ਦੀ ਸ਼ਰਮ ਨਹੀਂ ਆਉਂਦੀ ਵੀ ਲੋਕਾਂ ਦੇ ਨਾਲ ਅਸੀਂ ਘਾਣ ਕੀਤਾ, ਸਾਨੂੰ ਆਪਣੇ ਆਪ ਦੇ ਵਿੱਚ ਮਤਲਬ ਕਿਤੇ ਨਾ ਕਿਤੇ ਮਰ ਜਾਣਾ ਚਾਹੀਦਾ, ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੇ ਅਸੀਂ, ਜਾਂ ਲੋਕਾਂ ਦੇ ਉੱਤੇ ਉਸ ਟਾਈਮ ਦੇ ਜਿਹੜੇ ਜਜ਼ਬਾਤ ਸੀ, ਇੱਕ ਗੁਰੂ ਪ੍ਰਤੀ, ਸਿੱਖੀ ਪ੍ਰਤੀ ਜਿਹੜੇ ਜਜ਼ਬਾਤ ਸੀ, ਲੋਕ ਆਪਣੇ ਉੱਥੇ ਰੋਸ ਪ੍ਰਗਟਾ ਰਹੇ ਸੀ ਗੁਰੂ ਦੀ ਬੇਅਦਬੀ ਦਾ, ਉਹਨਾਂ ਤੇ ਨਾਮ ਜਪਦਿਆਂ ਤੇ ਅਸੀਂ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਮਾਰ ਮੁਕਾਇਆ। ਤੇ ਅੱਜ ਇੱਕ ਪਤਾ ਨਹੀਂ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ, ਅਦਾਲਤਾਂ ਦੇ ਵਿੱਚ ਆ ਰਿਹਾ ਪੂਰੀ ਸਿਕਿਉਰਿਟੀ ਦੇ ਨਾਲ। ਸੋ ਅਸੀਂ ਇਹੀ, ਮੈਂ ਇੱਥੇ ਜ਼ਿਆਦਾਤਰ ਬਾਹਲਾ ਨਾ ਕਹਾਂ ਤਾਂ ਇਹੀ ਕਹਾਂ ਵੀ ਜਿਹੜਾ ਸਿਸਟਮ ਹੈ ਇਸ ਨਿਆਂ ਪ੍ਰਣਾਲੀ ਦਾ, ਉਹ ਬਹੁਤ ਜ਼ਿਆਦਾ ਗੰਧਲਾ ਹੋ ਚੁੱਕਿਆ ਤੇ ਦੋਸ਼ੀਆਂ ਦੇ ਨਾਲ ਮਿਲ ਕੇ ਚੱਲ ਰਿਹਾ। ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਜਿਹੜਾ ਸਿਸਟਮ ਹੀ ਦੋਸ਼ੀਆਂ ਦੇ ਥਰੂ ਚੱਲ ਰਿਹਾ। ਹੁਣ ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਕੀ ਉਮੀਦ ਰੱਖਦੇ? ਦੇਖੋ, ਹੁਣ ਅੱਗੇ ਟ੍ਰਾਇਲ ਜਿਹੜੇ ਚਲਾਨ ਆ 6 ਪੇਸ਼ ਹੋ ਚੁੱਕੇ ਆ ਇਸ ਕੇਸ ਦੇ ਸੰਬੰਧ ਦੇ ਵਿੱਚ। ਫਰੀਦਕੋਟ ਦੀ ਅਦਾਲਤ ਦੇ ਵਿੱਚ 6 ਚਲਾਨ ਆ ਜਿਹੜੇ ਕੋਰਟ ਦੇ ਵਿੱਚ ਦਿੱਤੇ ਗਏ ਆ, ਜਿਨ੍ਹਾਂ ਦੇ ਬਕਾਇਦਾ ਦੋਸ਼ੀਆਂ ਦੇ ਨਾਮ ਆ, ਦੋਸ਼ੀ ਪਾਏ ਗਏ ਆ, ਪਰ ਅੱਜ ਤੱਕ ਉਹਨਾਂ ਦੇ ਟ੍ਰਾਇਲ ਸ਼ੁਰੂ ਨਹੀਂ ਕੀਤੇ ਗਏ। ਜਿਹਦੇ ਨਾਲ ਟ੍ਰਾਇਲ ਤੋਂ ਭਾਵੇਂ ਆ ਵੀ ਜਿਹੜੇ ਗਵਾਹਾਂ ਦੇ ਨਾਂ ਵਿੱਚ ਆਉਂਦੇ ਆ ਉਹ ਗਵਾਹ ਉੱਥੇ ਬੁਲਾ ਕੇ ਮਤਲਬ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਹਾਂ ਦੋਸ਼ੀ ਪਾਏ ਗਏ ਤਾਂ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣ। ਜਿਹੜੀਆਂ ਜ਼ਮਾਨਤਾਂ ਲੈਣ ਵਾਲੀਆਂ ਤਾਂ ਲੈ ਗਏ ਆ, ਪਰ ਉਸ ਤੋਂ ਅੱਗੇ ਦੀ ਕਾਰਵਾਈ ਵੀ ਬਹੁਤ ਪਈ ਆ, ਜਿਹਦੇ ਤੇ ਪੰਜਾਬ ਸਰਕਾਰ ਗੌਰ ਕਰੇ, ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦੇ ਟ੍ਰਾਇਲ ਸ਼ੁਰੂ ਕੀਤੇ ਜਾਣ। ਤੇ ਮੈਂ ਇੱਥੇ ਰੋਕੇ ਜਾਣ ਦਾ ਕਾਰਨ ਕੀ ਮੰਨਦੇ ਹੋ? ਟ੍ਰਾਇਲ ਰੋਕੇ ਜਾਣ ਦਾ ਕਾਰਨ ਹੈ ਵੀ ਕੇਸ ਨੂੰ ਲਮਕਾਉਣਾ, ਲੋਕਾਂ ਦੀ ਖੱਜਲ ਖੁਆਰੀ ਕਰਨੀ। ਸਭ ਤੋਂ ਪਹਿਲਾਂ ਤਾਂ ਜਿਹੜੇ 2 ਜਸਟਿਸ ਬਣਾਏ ਗਏ ਆ ਉਹਨਾਂ ਦੇ ਵਿੱਚ ਵੀ ਲੋਕਾਂ ਦੀ ਖੱਜਲ ਖੁਆਰੀ ਬਹੁਤ ਹੁੰਦੀ ਆ। ਇਹ ਸਭ ਕੁਝ ਹੋਇਆ ਉਦੋਂ 17 ਵਾਲਾ ਇਲੈਕਸ਼ਨ ਆਉਂਦਾ, ਉਸ ਤੋਂ ਬਾਅਦ ਉਹ ਤੋਂ ਹਰੇਕ ਪਾਰਟੀ ਨੇ ਮਤਲਬ ਤੁਹਾਡੇ ਘਰੇ ਪਹੁੰਚ ਕੀਤੀ ਹੋਊਗੀ, ਕਿ ਸਾਰੇ ਆਏ ਸੀ?
ਦੇਖੋ ਜੀ, ਵੋਟਾਂ ਦਾ ਮੁੱਦਾ ਕਰਕੇ ਤਾਂ ਸਾਰੇ ਆਉਂਦੇ ਆ, ਵੋਟਾਂ ਲੈਣ ਲਈ ਤਾਂ ਹਮਦਰਦੀ ਜਤਾਉਣ ਲਈ, ਕਿਉਂਕਿ ਪਹਿਲੇ ਆਉਣੇ ਸ਼ੁਰੂ ਹੋ ਗਏ ਹੋਣੇ ਨਾ ਸਾਲ ਪਹਿਲਾਂ। ਸਾਰਿਆਂ ਨੇ ਤੁਹਾਨੂੰ ਭਰੋਸਾ ਵੀ ਦਿੱਤਾ ਕਿ ਅਸੀਂ ਜਿਹੜਾ ਔਨ ਦੀ ਰਿਕਾਰਡ ਸੋਸ਼ਲ ਮੀਡੀਆ ਤੇ ਰਿਹਾ ਵੀ ਹੈ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ, ਚਾਹੇ ਉਹ ਕੋਈ ਵੀ ਪਾਰਟੀ ਸੰਬੰਧਿਤ ਹੋਵੇ। ਹੁਣ ਫਿਰ ਬਾਈ ਵਾਲਾ ਇਲੈਕਸ਼ਨ ਆਉਣ ਵਾਲਾ, 5-4 ਸਾਲ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਤੇ ਆਉਣ ਵਾਲੇ ਸਮੇਂ 'ਚ ਕੀ ਦੇਖਦੇ ਹੋ? ਦੇਖੋ, ਜਿਹੜੀ ਸਿਆਸਤ ਆ ਉਹ ਹਮੇਸ਼ਾ ਕੋਈ ਨਾ ਕੋਈ ਮੁੱਦਾ ਭਾਲਦੀ ਆ। 17 ਦੀਆਂ ਵੋਟਾਂ ਦੇ ਲਈ ਕੈਪਟਨ ਨੂੰ ਬੇਅਦਬੀ ਦਾ ਮੁੱਦਾ ਬਾਦਲਾਂ ਦੇ ਉਲਟ ਮਿਲਿਆ, ਤੇ ਬਾਦਲ ਆ ਜਿਹੜੇ, ਜੇ ਆਪਾਂ ਸਿਆਸੀ ਗੱਲ ਕਰਦੇ ਹਾਂ ਥੋੜੀ ਜੀ, ਤਾਂ ਉਹ 84 ਵਾਲਾ ਮੁੱਦਾ ਕੈਪਟਨ ਤੇ ਥੋਪਦੇ ਆਉਂਦੇ ਆ ਵੀ 84 ਜਿਹੜੀ ਕਾਂਗਰਸ ਰਾਜ 'ਚ ਹੋਈ ਆ, ਤੇ ਬਾਦਲਾਂ ਤੇ ਰਾਜ 'ਚ ਬੇਅਦਬੀ ਹੋਈ ਆ, ਤੇ ਕੈਪਟਨ ਬਾਦਲਾਂ ਤੇ ਬੇਅਦਬੀ ਦਾ ਲਾ ਰਿਹਾ। ਸੋ ਇਹ ਖੇਡ ਰਿਹਾ ਗੇਮ, ਰਾਜਨੀਤੀ, ਲੋਕਾਂ ਦੀਆਂ ਭਾਵਨਾਵਾਂ। 84 'ਚ ਵੀ ਘਾਣ ਹੋਇਆ ਸਿੱਖਾਂ ਦਾ, ਬੇਅਦਬੀ ਹੋਈ ਸਿੱਖਾਂ ਦੇ ਗੁਰੂ ਦੀ, ਮਾਰ ਕਟਾਈ ਹੋਈ ਸਿੱਖਾਂ ਦੀ, ਗੋਲੀਆਂ ਚਲਾਈਆਂ ਗਈਆਂ ਸਿੱਖਾਂ ਤੇ, ਨਸਲਕੁਸ਼ੀ ਕੀਤੀ ਗਈ ਸਿੱਖਾਂ ਦੀ। 2015 ਦੇ ਵਿੱਚ ਬੇਅਦਬੀ ਹੁੰਦੀ ਆ ਸਿੱਖਾਂ ਦੇ ਗੁਰੂ ਦੀ, ਕਰਾਉਣ ਵਾਲਾ ਜਿਹੜਾ ਵੀ ਆ ਉਹ ਇੱਕ ਮਤਲਬ ਪੰਥਕ ਮੁਖੌਟਾ ਪਹਿਨਿਆ ਹੋਇਆ, ਕਹਿ ਲਓ ਵੀ ਸਿੱਖੀ ਨੂੰ ਘਾਣ ਜਿਹੜਾ 84 ਤੋਂ ਲੈ ਕੇ ਅੱਜ ਤਾਈਂ ਕੀਤਾ, ਪੰਥਕ ਮੁਖੌਟੇ ਦੇ ਦਾਇਰੇ ਦੇ ਵਿੱਚ ਉਹਨਾਂ ਨੇ ਕੀਤਾ। ਸੋ ਉਹੀ ਚੀਜ਼ ਹੁਣ ਕੈਪਟਨ ਇਹਨੂੰ ਮੁੱਦਾ ਬਣਾ ਕੇ ਰੱਖ ਰਹੇ ਆ। 22 ਦੀਆਂ ਇਲੈਕਸ਼ਨਾਂ ਦੇ ਵਿੱਚ ਜਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ, ਮੇਰੇ ਹਿਸਾਬ ਨਾਲ ਤਾਂ ਇਹ ਲੱਗਦਾ ਵੀ ਇੱਕ ਅੱਧੇ ਨੂੰ ਅੰਦਰ ਦੇ ਕੇ ਤੇ ਇਲੈਕਸ਼ਨਾਂ ਦੇ ਵਿੱਚ ਗੱਲ ਫਿਰ ਹੋਣੀ ਹੈ ਵੀ ਸਮਾਂ ਥੋੜਾ ਘੱਟ ਸੀਗਾ, ਇਨਵੈਸਟੀਗੇਸ਼ਨ ਨੂੰ ਟਾਈਮ ਲੰਮਾ ਲੱਗ ਗਿਆ, ਅਗਲੀ ਸਰਕਾਰ ਸਾਡੀ ਫੇਰ ਬਣਾਈ ਜਾਵੇ ਤਾਂ ਅਸੀਂ ਜਿਹੜੇ ਰਹਿੰਦੇ ਦੋਸ਼ੀ ਆ ਉਹ ਵੀ ਜੇਲ੍ਹਾਂ ਦੇ ਵਿੱਚ ਬੇਅਦਬੀ ਵਾਲੇ ਦੇਵਾਂਗੇ। ਤੇ ਦੂਸਰਿਆਂ ਦੀਆਂ ਸਪੀਚਾਂ ਹੋਣਗੀਆਂ ਵੀ ਦੇਖੋ ਜੇ ਏਡਾ ਹੀ ਸੱਚਾ ਸੀ ਤਾਂ ਬਹੁਤ ਸਮਾਂ ਹੁੰਦਾ, 5 ਸਾਲ ਦਾ ਇਨਵੈਸਟੀਗੇਸ਼ਨ ਹੀ ਨਹੀਂ ਪੂਰੀ ਕਰ ਸਕੇ, 5 ਸਾਲਾਂ ਵਿੱਚ ਦੀ ਕੀ ਸਾਡੇ ਤੇ ਜਿਹੜੇ ਦੋਸ਼ ਲਾਏ ਸੀ ਉਹੀ ਨਹੀਂ ਲੱਭ ਸਕੇ, ਅਸੀਂ ਸੱਚੇ ਆ, ਸਾਡੇ ਤੇ ਦੋਸ਼ ਹੁੰਦੇ ਤਾਂ ਇਹ ਲੱਭਦੇ। ਇਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣਗੇ। ਪਰ ਇਹ ਗੇਮ ਆ ਜਿਹੜੀ ਲੋਕਾਂ ਦੇ ਨਾਲ ਖੇਡੀ ਜਾ ਰਹੀ, ਲੋਕਾਂ ਦੀਆਂ ਭਾਵਨਾ ਨਾਲ, ਤੇ ਉਸ ਵਾਹਿਗੁਰੂ ਦੀ ਜਿਹੜੀ ਕਦੋਂ ਤੱਕ ਖੇਡੀ ਜਾਊਗੀ ਫਿਰ? ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਨਤਕ ਹੋਣ ਲੱਗ ਪਈਆਂ। ਹੁਣ ਤਾਂ ਸੋਸ਼ਲ ਮੀਡੀਆ ਆ ਗਿਆ, ਹਰੇਕ ਗੱਲ ਦਾ ਸਬੂਤ ਮੰਗਦੇ ਆ ਨਾ ਲੋਕ, ਹੁਣ ਤਾਂ ਸਬੂਤ ਮੰਗਣਾ ਸ਼ੁਰੂ ਕਰ ਦਿੱਤਾ। ਦੇਖੋ, ਲੋਕ ਇਹੀ ਮੈਂ ਕਹਿਣਾ ਚਾਹੁੰਦਾ ਵੀ ਲੋਕ ਸਿਆਣੇ ਆ, ਹੁਣ ਇਹਨਾਂ ਤੋਂ ਨਕਾਰਨ, ਇਹਨਾਂ ਨੂੰ ਪਾਸੇ ਕਰਨ। ਜਿਹੜੀ ਪੰਜਾਬ ਦੀ ਵਾਂਗਡੋਰ ਆ, ਤਾਂ ਆਪਾਂ ਗੱਲ ਕਰੀਏ ਜੇ ਰਾਜਨੀਤੀ ਵਾਲੀ, ਤਾਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਹੋਵੇ, ਕੁਝ ਵੱਖਰਾ ਹੋਵੇ ਇਹਦੇ ਵਿੱਚ, ਪਰ ਇਹਨਾਂ ਨੂੰ ਪਾਸੇ ਕੀਤਾ ਜਾਵੇ। ਜਿਨ੍ਹਾਂ ਨੇ ਜਿਹੜੇ ਸਾਡੇ ਗੁਰੂ ਦੇ ਨਹੀਂ ਹੁੰਦੇ, ਉਹ ਸਾਡੇ ਪੰਜਾਬ ਦੇ ਲੋਕਾਂ ਦੇ ਕਿੱਥੋਂ ਹੋ ਜਾਣਗੇ? ਕਿਉਂਕਿ ਹਰ ਇੱਕ ਦੇ ਘਰੇ ਜਦੋਂ ਅਰਦਾਸ ਕਰਦੇ ਆ, ਜਾਂ ਇਹ ਆਪ ਆਪਣੀ ਜਿੱਤ ਦੀ ਅਰਦਾਸ ਕਰਦੇ ਆ, ਜਾਂ ਕੋਈ ਵੀ ਹੋਰ ਭੋਗ ਪੈਂਦਾ ਜਾਂ ਖੁਸ਼ੀ ਗਮੀ ਆਉਂਦੀ ਆ, ਤਾਂ ਗੁਰੂ ਮਹਾਰਾਜ ਦਾ ਉਹ ਆਸਰਾ ਆਪਾਂ ਸਾਰੇ ਲੈਂਦੇ ਆ। ਪਰ ਇਹ ਬੰਦਿਆਂ ਨੇ ਉਹਨਾਂ ਦੀਆਂ ਵੀ ਝੂਠੀਆਂ ਸਹੁੰਆਂ ਖਾਧੀਆਂ। ਉਸ ਝੂਠੀ ਸਹੁੰ ਖਾ ਕੇ ਅੱਜ ਤੱਕ 4 ਸਾਲ ਦੀ ਰਾਜਨੀਤੀ ਇਹਨਾਂ ਨੇ ਕਰ ਲਈ ਆ। 5ਵਾਂ ਸਾਲ ਚੱਲ ਪਿਆ, ਥੋੜਾ ਟਾਈਮ ਰਹਿ ਗਿਆ, ਉਦੋਂ ਨੂੰ ਫੇਰ ਬੰਦ ਹੋ ਜਾਣਾ, ਤੇ ਉਸ ਤੋਂ ਬਾਅਦ ਫੇਰ ਪਤਾ ਨਹੀਂ ਅੱਗੇ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਖੇਡਣਗੇ। ਪਰ ਅਸੀਂ ਇਹ ਕਹਿੰਦੇ ਆ ਵੀ ਜੋ ਬੇਅਦਬੀ ਹੋਈ ਆ, ਬਹੁਤ ਵੱਡਾ ਪੰਜਾਬ ਦੇ ਵਿੱਚ ਦਿਖਾਂਤ ਹੋਇਆ, ਜੀਵਤ ਗੁਰੂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਬੇਅਦਬੀ ਹੋਈ ਆ, ਤਾਂ ਉਹਨਾਂ ਦਾ ਇਨਸਾਫ ਆ ਜਿਹੜਾ ਉਹ ਇਹਨਾਂ ਨੂੰ ਕਰਨਾ ਚਾਹੀਦਾ। ਉਹਨਾਂ ਦੀ ਜਿਹੜੀ ਨਰਾਦਰ ਹੋਇਆ, ਗੋਲੀਆਂ ਚੱਲੀਆਂ, ਨੇਕਾ ਸਿੰਘ ਉੱਥੇ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਤੇ ਜਿਹੜੇ ਵੀ ਦੋਸ਼ੀ ਉਹ ਸਾਰੇ ਜੇਲ੍ਹਾਂ ਦੇ ਵਿੱਚ ਹੋਣੇ ਚਾਹੀਦੇ ਆ। ਤਾਂ ਬੇਅਦਬੀ ਦਾ ਜਿਹੜਾ ਉਹ ਵੋਟਾਂ ਦੇ ਲਈ ਮੁੱਦਾ ਨਾ ਬਣਾਇਆ ਜਾਵੇ, ਉਹਨੂੰ ਮੁੱਦਾ ਬਣਾ ਕੇ ਨਾ ਉਛਾਰਿਆ ਜਾਵੇ। ਇੱਥੇ ਮੈਂ ਇੱਕ ਸਵਾਲ ਕਰੂੰਗਾ। ਚਲ ਸਰਕਾਰਾਂ ਦੀ ਗੱਲ ਹੋ ਗਈ ਹੈ ਕਿ ਉਹਨਾਂ ਦੀ ਭੂਮਿਕਾ ਜਿਹੜੀ ਹੈ ਬਹੁਤੀ ਵਧੀਆ ਨਹੀਂ ਰਹੀ ਤੁਹਾਡੇ ਕਹਿਣ ਦੇ ਮੁਤਾਬਕ, ਤੇ ਦੇਖਣ 'ਚ ਵੀ ਇਹ ਆਇਆ ਕਿ ਇਨਸਾਫ ਨਹੀਂ ਮਿਲਿਆ, ਕਿਉਂਕਿ ਜਦੋਂ ਇਨਸਾਫ ਲਮਕ ਰਿਹਾ ਹਜੇ, ਤਾਂ ਨਾ ਤਾਂ ਬੇਅਦਬੀ ਦਾ ਮਿਲਿਆ, ਤੇ ਨਾ ਜਿਹੜੇ ਉਹ ਕਤਲ ਹੋਏ ਸੀ ਜਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਜਿਨ੍ਹਾਂ ਦੇ ਦੋਸ਼ੀ ਸੀਗੇ, ਜਿਹੜੇ ਦੋਸ਼ੀ ਪਾਏ ਗਏ ਸੀ, ਨਾ ਉਹਨਾਂ ਨੂੰ ਕੋਈ ਸਜ਼ਾ ਮਿਲੀ ਆ। ਹੁਣ ਆਪਾਂ ਆ ਜਾਂਦੇ ਹਾਂ ਕਿ ਪੰਥਕ ਆਗੂਆਂ ਦਾ ਜਿਹੜਾ ਤੁਹਾਡੇ ਇਹ ਸਾਰਾ ਕੁਝ ਹੋਇਆ, ਇਸ ਸਿਸਟਮ 'ਚ ਬਰਗਾੜੀ ਜਿਹੜਾ ਇੱਕ ਬੜਾ ਲੰਮਾ ਸਮਾਂ ਧਰਨਾ ਚੱਲਿਆ, ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ? ਦੇਖੋ, ਗੱਲ ਤਾਂ ਉੱਥੇ ਆ ਜਾਂਦੀ ਹੈ ਵੀ ਜੇ ਸਾਡੇ ਆਗੂ ਚੰਗੇ ਹੁੰਦੇ ਤਾਂ ਹੋ ਸਕਦਾ ਸੀ ਅੱਜ ਨੂੰ ਅਸੀਂ ਉਹਨਾਂ ਦੇ ਜਿਹੜੇ ਦੋਸ਼ੀਆਂ ਦੇ ਨਾਮ ਅੱਜ ਕਹਿ ਰਹੇ ਵੀ ਇਹਨਾਂ ਨੂੰ ਜੁਡੀਸ਼ਲੀ ਆ ਜਿਹੜੀ ਉਹ ਸਜ਼ਾ ਨਹੀਂ ਦੇ ਰਹੀ, ਜ਼ਮਾਨਤਾਂ ਦੇ ਰਹੀ ਆ। ਤੇ ਜੇ ਸਾਡੇ ਪੰਥਕ ਆਗੂ ਚੰਗੇ ਹੁੰਦੇ ਤਾਂ ਅੱਜ ਸਾਡਾ ਉਹਨਾਂ ਦੇ ਗਲਮੇ ਦੇ ਵਿੱਚ ਹੱਥ ਹੋਣਾ ਸੀ, ਉਹੀ ਜੁਡੀਸ਼ਲੀ ਦੇ ਥਰੂ ਹੋਣਾ ਸੀ, ਕਿਉਂਕਿ ਅਸੀਂ ਪ੍ਰੈਸ਼ਰਾਈਜ਼ ਕੀਤਾ ਹੋਣਾ ਸੀ ਤੇ ਉਹਨਾਂ ਨੂੰ ਮਜਬੂਰ ਕੀਤਾ ਹੋਣਾ ਸੀ ਉਹਨਾਂ ਨੂੰ ਫੜਨ ਤੱਕ, ਕਿਉਂਕਿ ਦੋਸ਼ੀ ਆ, ਅਸੀਂ ਕੋਈ ਨਿਰਦੋਸ਼ੇ ਦੀ ਗੱਲ ਨਹੀਂ ਕਰਦੇ ਵੀ ਜਿਨ੍ਹਾਂ ਨੇ ਦੋਸ਼ ਨਹੀਂ ਕੀਤਾ। ਇਹਨਾਂ ਨੇ ਗੋਲੀਆਂ ਚਲਵਾਈਆਂ, ਆਪਾਂ ਨੂੰ ਸਭ ਨੂੰ ਪਤਾ। ਉਸ ਤੋਂ ਵੱਡੇ ਦੋਸ਼ੀ ਅਸੀਂ ਅੱਜ ਆਪ ਬਣ ਬੈਠੇ ਹਾਂ। 6 ਮਹੀਨੇ ਮੋਰਚਾ ਚੱਲਦਾ ਬਗਰਾੜੀ ਦੇ ਵਿੱਚ, ਜਿਹੜੀਆਂ ਮੰਗਾਂ ਉਹ 3 ਦਿਨਾਂ ਦੇ ਵਿੱਚ ਮੰਗ ਕੇ ਆਪ ਹੀ ਆ ਗਏ ਸੀਗੇ 3 ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਮਤਲਬ ਇੰਨੀਆਂ ਕੁ ਮੰਨ ਲੈਂਦੇ ਹਾਂ, ਤੁਸੀਂ ਮੋਰਚਾ ਨਾ ਲਾਓ, ਤੁਸੀਂ ਇਹਨੂੰ ਸਮਾਪਤ ਕਰੋ ਇੱਥੇ। ਉਸ ਟਾਈਮ ਕਹਿ ਲਓ ਵੀ ਮਤਲਬ 5000 ਬੰਦੇ ਦਾ ਇਕੱਠ ਸੀਗਾ ਪਹਿਲੇ ਦਿਨ, ਜੇ ਆਪਾਂ ਗੱਲ ਕਰੀਏ 1 ਜੂਨ 2018 ਜਦੋਂ ਮੋਰਚਾ ਲੱਗਦਾ, ਤਾਂ ਉਹ ਇਕੱਠ ਆ ਜਿਹੜਾ ਥੋੜਾ ਸੀ
ਸਰਕਾਰ ਉਸ 'ਚ ਹੀ ਡਰ ਗਈ ਸੀ। ਸਰਕਾਰ ਉਸ 'ਚ ਹੀ ਉਹ ਮੰਗਾਂ ਮੰਨਣ ਖੁਦ ਚੱਲ ਕੇ ਆ ਗਈ ਸੀ। 6 ਮਹੀਨੇ ਮੋਰਚਾ ਚਲਾਉਣ ਦਾ ਮਤਲਬ ਸਾਨੂੰ ਇਹ ਸੀਗਾ ਵੀ ਜਿਹੜੇ ਦੋਸ਼ੀ ਆ ਜਾਂ ਮਤਲਬ ਪੰਜਾਬ ਦੇ ਵਿੱਚ ਵਧੀਕੀਆਂ ਹੁੰਦੀਆਂ ਸਿੱਖਾਂ ਦੇ ਨਾਲ, ਕਿਤੇ ਨਾ ਕਿਤੇ ਉਹਨਾਂ 'ਚ ਠੱਲ ਪੈ ਜਾਊਗੀ, ਕਿਉਂਕਿ ਅਸੀਂ ਆਪਣਾ ਅੱਜ ਪਲੇਟਫਾਰਮ ਤਿਆਰ ਕਰ ਰਹੇ ਹਾਂ ਉਸ ਮੋਰਚੇ ਦੇ ਸੰਬੰਧ 'ਚ। ਪਰ ਉਹ ਮੋਰਚੇ ਦੀ ਡਿਕਟੇਟਰਸ਼ਿਪ ਜਿਹੜੀ ਸੀ ਧਿਆਨ ਸਿੰਘ ਜੀ ਮੰਡ ਹੋਣਾ ਦੇ ਹੱਥ ਸੀ। ਸਾਨੂੰ ਉੱਥੇ ਇੰਨਾ ਕੁ ਇਹੀ ਗਿਲਾ ਆਉਂਦਾ ਵੀ ਸਰਕਾਰ ਹਮੇਸ਼ਾ ਸਾਡੇ ਤੇ ਫੈਸਲੇ ਥੋਪਦੀ ਆਈ ਆ ਵੀ ਅਸੀਂ ਆਹ ਕਰਤਾ ਤੇ ਆਹ ਕਰ ਦਿਆਂਗੇ। ਪਰ ਉੱਥੇ ਕੁਝ ਵੱਖਰਾ ਸਾਨੂੰ ਦੇਖਣ ਨੂੰ ਇਹ ਮਿਲਿਆ ਸੀਗਾ ਵੀ ਸਰਕਾਰ ਉਦੋਂ ਕਹਿ ਰਹੀ ਸੀ ਵੀ ਸਾਡਾ ਫੈਸਲਾ ਨਹੀਂ ਆ ਤੁਹਾਨੂੰ ਉਠਾਉਣ ਦਾ। 6 ਮਹੀਨਿਆਂ ਬਾਅਦ ਜਦੋਂ ਮੈਂ ਗੱਲ ਕਰਦਾ ਵੀ ਮੋਰਚਾ ਚੱਕਣ ਦੀ, ਉਹ ਸਰਕਾਰ ਨਹੀਂ ਕਹਿ ਰਹੀ ਸੀ ਵੀ ਤੁਸੀਂ ਉੱਠ ਜਾਓ। ਸਰਕਾਰ ਅੰਦਰ ਖਾਤੇ ਕੁਛ ਮਰਜ਼ੀ ਕਿਹਾ ਹੋਵੇ, ਉਹ ਮੰਡ ਸਾਹਿਬ ਦੱਸ ਸਕਦੇ ਉਹਨਾਂ ਨੂੰ ਵੀ ਉਹਨਾਂ ਦੀ ਕੀ ਅੰਦਰੋਂ ਖਾਤੇ ਗੱਲਬਾਤ ਹੋਈ ਆ। ਪਰ ਉਹ ਓਪਨਲੀ ਕੁਝ ਨਹੀਂ ਕਿਹਾ। ਓਪਨਲੀ ਸਟੇਜ ਤੇ ਉਹ ਕਹਿ ਰਹੇ ਸੀ ਵੀ ਅਸੀਂ ਤੁਹਾਨੂੰ ਉਠਾਉਣ ਨਹੀਂ ਆਏ ਇਕੱਠ ਨੂੰ, ਇਹ ਫੈਸਲਾ ਮੰਡ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਵੀ ਇਹ ਕੀ ਕਹਿੰਦੇ ਆ। ਇਹਨਾਂ ਨੇ ਉੱਠਣਾ, ਉੱਠਣ, ਨਹੀਂ ਉੱਠਣਾ, ਨਾ ਉੱਠਣ, ਮੋਰਚਾ ਜਾਰੀ ਰੱਖਣਾ, ਉਹ ਇਹਨਾਂ ਤੇ ਆ। ਪਰ ਸਾਡੇ ਵੱਲੋਂ ਇੰਨੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ, ਉੱਥੇ ਮੈਂ ਗੱਲ ਕਰਦਾ ਵੀ 3 ਮੰਗਾਂ ਨੂੰ ਲੈ ਕੇ ਲਾਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਿਹੜੀ, ਉਹਦਾ ਇਨਸਾਫ ਲੈਣ ਦੀ, ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਪੁਲਿਸ ਵਾਲੇ ਦੋਸ਼ੀਆਂ ਕਹਿੰਦੇ ਕਿ ਪ੍ਰਾਪਤੀਆਂ ਬਹੁਤ ਹੋਈਆਂ, ਤੁਸੀਂ ਉਹ ਸ਼ਹੀਦ ਪਰਿਵਾਰ ਚੋਂ ਸਾਰਾ ਕੁਝ ਹੰਡਾਇਆ, ਕਿਹੜੀ ਪ੍ਰਾਪਤੀ ਹੋਈ ਹੈ? ਮੋਰਚੇ ਦੀ ਪ੍ਰਾਪਤੀ ਜਿਹੜੀਆਂ 3 ਮੰਗਾਂ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਹੋਈ ਜੀ। ਨਾ ਤਾਂ ਬੰਦੀ ਸਿੰਘ ਉਹ ਦਿਨਾਂ ਦੇ ਵਿੱਚ ਬਾਹਰ ਆਏ, ਨਾ ਬੇਅਦਬੀ ਵਾਲੇ ਦੋਸ਼ੀ ਆ ਜਿਹੜੇ। ਪ੍ਰਾਪਤੀਆਂ ਕਿਹੜੀਆਂ ਗਣਾਉਂਦੇ ਆ? ਦੇਖੋ ਉਹ ਦੱਸ ਸਕਦੇ ਵੀ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਜਿਹੜੀ ਉਹਨਾਂ ਦੇ ਅੰਦਰ ਖਾਤੇ ਪ੍ਰਾਪਤੀਆਂ ਹੋਈਆਂ। ਹੋ ਸਕਦਾ ਆਪਦੀਆਂ ਉਹਨਾਂ ਦੀਆਂ ਕੋਈ ਨਿੱਜੀ ਪ੍ਰਾਪਤੀਆਂ ਹੋ ਗਈਆਂ ਹੁਣ, ਜਿਹੜੀਆਂ ਪ੍ਰਾਪਤੀਆਂ ਨੂੰ ਮੋਰਚਾ ਮਾਮਲਾ ਕੌਮ ਦਾ ਸੀ ਨਾ, ਇਹ ਕੋਈ ਨਿੱਜੀ ਤਾਂ ਹੈ ਨਹੀਂ ਸੀਗਾ। ਇਹ ਤੇ ਕੌਮ ਦੇ ਨਾਂ ਤੇ ਲੜਿਆ ਗਿਆ। ਇਹ ਮਾਮਲਾ 6 ਮਹੀਨੇ ਕੌਮ ਦੇ ਨਾਂ ਤੇ ਚੱਲਿਆ, ਜਿੱਥੋਂ ਲੰਗਰ ਆਉਣਾ, ਟੈਂਟਾਂ ਦੇ ਖਰਚੇ ਆਉਣੇ, ਸਟੇਜਾਂ ਦੇ ਖਰਚੇ ਆਉਣੇ, ਬਿਜਲੀ ਦਾ ਖਰਚਾ ਆਉਣਾ, ਪਾਣੀ ਦਾ ਖਰਚਾ ਆਉਣਾ, ਆਉਣ ਦਾ ਖਰਚਾ, ਰਿਹਾਇਸ਼ ਦਾ ਖਰਚਾ, ਜੋ ਵੀ ਸੀ ਉਹ ਕੌਮ ਦਾ ਸੀਗਾ। ਫਿਰ ਕੌਮ ਦਾ ਸੀਗਾ, ਫਿਰ ਕੌਮ ਦੀ ਗੱਲ ਕਿਉਂ ਨਹੀਂ? ਗੱਲ ਤੁਸੀਂ ਕੀਤੀ ਵੀ ਕੌਮ ਦੇ ਖਰਚੇ ਦੀ ਸੀ। ਖਰਚੇ ਕੌਮ ਨੇ ਬਹੁਤ ਕਰਤੇ ਸੀ, ਪਰ ਉਹ ਨਿੱਜੀ ਵਫਾਦ ਵਰਤ ਗਏ। ਕੀ ਆਉਣ ਵਾਲੇ ਸਮੇਂ 'ਚ ਹੋਊਗਾ ਇਦਾਂ ਦਾ ਕੁਝ? ਦੇਖੋ ਜੇ ਉਹ ਕੌਮ ਵਿਸ਼ਵਾਸ ਕਰੂਗੀ ਆਗੂ ਕਿਸੇ ਤੇ? ਨਹੀਂ ਕੋਈ ਨਹੀਂ ਜੀ, ਨਹੀਂ ਕੌਮ ਤਾਂ ਦੇਖੋ ਆਗੂ ਤੇ ਵਿਸ਼ਵਾਸ ਕੀਤਾ ਸੀ ਲੋਕਾਂ ਨੇ ਤਕਰੀਬਨ 35-40 ਸਾਲ ਬਾਅਦ। ਜੇ ਸੰਤਾਂ ਤੋਂ ਬਾਅਦ ਕਿਸੇ ਨੇ ਕੋਈ ਗੱਲ ਕੀਤੀ ਸੀ ਤਾਂ ਉਹ ਕਹਿੰਦੇ ਸੀ ਵੀ ਮੰਡ ਨੇ ਗੱਲ ਕੀਤੀ ਆ, ਧਿਆਨ ਸਿੰਘ ਮੰਡ ਆ, ਕਹਿੰਦੇ ਵੀ ਮੋਰਚਾ ਲਾ ਕੇ ਬਹਿ ਗਿਆ ਬਗਰਾੜੀ ਦੇ ਵਿੱਚ, ਉਹਨਾਂ ਨੇ ਗੱਲ ਕੀਤੀ ਆ। ਤੇ ਪਰ ਕਿਤੇ ਨਾ ਕਿਤੇ ਕੌਮ ਦੇ ਜਿਹੜੀ ਹੈ ਝੋਲੀ ਨਮੋਸ਼ੀ ਪਈ ਆ। ਮੈਂ ਤਾਂ ਇਹ ਗੱਲ ਕਰ ਰਿਹਾ ਸੀਗਾ ਕਿ ਕਿਉਂ ਆਉਣ ਵਾਲੇ ਸਮੇਂ 'ਚ ਕੋਈ ਚੰਗਾ ਵੀ ਆ ਸਕਦਾ। ਹੋ ਸਕਦਾ ਕੋਈ ਇਸੇ ਚੀਜ਼ ਤੋਂ ਹੀ ਉਹਦਾ ਬੈਕਅਪ ਹੀ ਨਾ ਬਣੇ ਕਿ ਉਹਨੂੰ ਵਿਸ਼ਵਾਸ ਹੀ ਨਾ ਕੀਤਾ ਜਾਵੇ, ਕਿਉਂਕਿ ਵਿਸ਼ਵਾਸ ਉੱਠ ਜਾਣਾ। ਦੇਖੋ ਮੈਂ ਉਹੀ ਕਹਿ ਰਿਹਾ ਨਾ ਵੀ ਨੌਜਵਾਨੀ ਇਸ ਟਾਈਮ ਜਿਹੜੀ ਜੁੜਨੀ ਸੀ ਟੁੱਟ ਚੁੱਕੀ ਉਸ ਮਸਲੇ ਨੂੰ ਲੈ ਕੇ। ਅੱਜ ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ। ਜੇ ਬੇਅਦਬੀ ਬਾਦਲ ਦੇ ਰਾਜ ਦੇ ਵਿੱਚ 100-150 ਵਾਰ ਹੋ ਗਈ ਆ, ਤੇ ਕੈਪਟਨ ਦੇ ਰਾਜ ਵਿੱਚ ਵੀ 150-200 ਵਾਰ ਹੋ ਚੁੱਕੀ ਆ। ਜੋ ਇਕੱਠ 11 ਅਕਤੂਬਰ 10 ਅਕਤੂਬਰ ਪਰ ਬਾਦਲ ਕੇ ਕਹਿੰਦੇ ਅਸੀਂ ਨਹੀਂ ਕਰਵਾਈ, ਕੈਪਟਨ ਕੇ ਕਹਿੰਦੇ ਅਸੀਂ ਦੋਸ਼ੀ ਲੱਭ ਲਾਂਗੇ, ਤੇ ਫਿਰ ਬੇਅਦਬੀ ਹੋ ਰਹੀ ਕਰਵਾ ਕੌਣ ਰਿਹਾ? ਦੇਖੋ ਜਿਹਨੇ ਕਰਵਾਈ ਉਹ ਤਾਂ ਜਨਤਕ ਹੋ ਚੁੱਕਿਆ। ਡੇਰਾ ਸਰਸੇ ਦੇ ਪੈਰੋਕਾਰ ਆ ਜਿਨ੍ਹਾਂ ਨੇ ਕਰਵਾਈ ਆ, ਮੰਨੇ ਵੀ ਆ। ਕੁਛ ਕੁ ਜੇਲ੍ਹਾਂ ਦੇ ਵਿੱਚ ਵੀ ਅੱਜ, ਤੇ ਕੁਛ ਕੁ ਇਨਵੈਸਟੀਗੇਸ਼ਨ ਚੱਲ ਰਹੀ ਆ, ਤੇ ਕੁਛ ਕੁ ਦੇ ਨਾਮ ਜਿਹੜੇ ਆ ਮਤਲਬ ਵਾਰੰਟ ਵੀ ਕੱਢ ਦਿੱਤੇ ਮਤਲਬ ਫੜਨ ਵਾਸਤੇ। ਇੱਕ ਸਵਾਲ ਰਹਿ ਨਾ ਜਾਵੇ ਕਿਉਂਕਿ ਵੀਡੀਓ ਲੰਬੀ ਹੁੰਦੀ ਜਾਂਦੀ ਹੈ। ਕਾਰਨ ਇਹ ਹੈ ਕਿ ਜੇਕਰ ਕੌਮ ਬਰਗਾੜੀ ਖਰਚਾ ਕਰ ਸਕਦੀ ਹੈ, ਕੌਮ ਹਰੇਕ ਥਾਂ ਦੇ ਖਰਚਾ ਕਰ ਸਕਦੀ, ਕਿ ਕੌਮ ਹਾਈ ਕੋਰਟ 'ਚ ਇੱਕ ਵਕੀਲ ਨਹੀਂ ਖੜਾ ਕਰ ਸਕਦੀ? ਗੱਲ ਇੱਥੇ ਹੀ ਆਉਂਦੀ ਹੈ ਜੀ ਕੌਮ ਦੀ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਜਿਹੜੇ ਆਗੂ ਬਣਦੇ ਆ ਵੀ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਚਲੋ ਮੈਂ ਮੰਨਦਾ ਵੀ ਜੇ ਇੱਕ ਕਤਲ ਹੋਇਆ ਤਾਂ ਉਹਦੇ 'ਚ ਤਾਂ ਮੰਨਦੇ ਆ ਵੀ ਜਿਨ੍ਹਾਂ ਦੇ ਪਰਿਵਾਰ ਦਾ ਹੋਇਆ ਉਹਨਾਂ ਦਾ ਵਕਾਲਤਨਾਮਾ ਲੱਗਣਾ ਜ਼ਰੂਰੀ ਹੁੰਦਾ, ਵਕੀਲ ਖੜਾ ਕਰਨਾ ਨਾਲ ਵੀ ਉਹਨਾਂ ਦੇ ਥਰੂ ਹੁੰਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ। ਹਰ ਇੱਕ ਸਿੱਖ ਦੇ ਗੁਰੂ ਆ ਤੇ ਹਰ ਇੱਕ ਸਿੱਖ ਉੱਥੇ ਵਕੀਲ ਖੜਾ ਕਰ ਸਕਦਾ। ਤੇ ਉਹ ਸਾਡੇ ਕੌਮ ਦੇ ਆਗੂ ਜਿਹੜੀਆਂ 35-36 ਮੇਰੇ ਹਿਸਾਬ ਨਾਲ ਜ਼ਿਆਦਾ ਹੋਣਗੀਆਂ, 35-36 ਤਾਂ ਥੋੜ੍ਹੀਆਂ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ, ਕੀ ਉਹ ਆਪਣਾ ਇੱਕ ਵਕੀਲ ਉੱਥੇ ਜਾ ਕੇ ਖੜਾ ਨਹੀਂ ਕਰ ਸਕਦੀਆਂ? ਤੁਹਾਨੂੰ ਲੱਗਦਾ ਸੀ ਕਿ ਇੱਕ ਜਥੇਬੰਦੀ ਦਾ ਇੱਕ ਵਕੀਲ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਜੀ। ਜੇ ਦੋਸ਼ੀ ਮੈਂ ਇਹ ਗੱਲ ਕਰਦਾ ਕਿ ਜਦੋਂ ਬਰਗਾੜੀ ਵਾਲਾ ਧਰਨਾ ਚੱਕਿਆ ਤੇ 22 ਲੱਖ ਵਾਲੀ ਭੰਡ ਇੱਕ ਸਾਹਮਣੇ ਆਉਂਦੀ ਹੈ, ਕਹਿੰਦੇ 22 ਲੱਖ ਰੁਪਏ ਦੀ ਇੱਕ ਗੰਢ ਹੈਗੀ ਹੈ ਕੌਮ ਦਾ ਪੈਸਾ। ਜੇ ਉਹੀ 22 ਲੱਖ ਦਾ ਵਕੀਲ ਕਰ ਲੈਣ, ਮਹਿੰਗੇ ਤੋਂ ਮਹਿੰਗਾ ਵਕੀਲ ਕਿੰਨਾ ਕੁ ਮਹਿੰਗਾ ਹੋ ਸਕਦਾ? ਮੈਂ ਕਹਿੰਦਾ ਜੀ 22 ਲੱਖ ਤਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਦੇਣ ਦਾ ਨਾਂ ਨਹੀਂ ਲੈਂਦੇ। ਤੁਸੀਂ ਕਹਿੰਦੇ ਵਕੀਲ ਕਰਨਾ। ਬੇਅਦਬੀ ਮੱਲਕੇ ਦੇ ਵਿੱਚ ਗੁਰਸੇਵਕ ਪੈਸੇ ਤਾਂ ਮੰਗਦੇ ਨਹੀਂ ਨਾ, ਆਪਾਂ ਪੈਸੇ ਥੋੜਾ ਮੰਗਦੇ ਆ। ਉਹ ਵਕੀਲ ਫ੍ਰੀ ਕਰ ਲੈਣ, ਪਾ ਦੇਣ ਖਰਚੇ। ਵਕੀਲ ਹੀ ਨਹੀਂ ਕਰਦੇ ਨਾ, ਰੌਲਾ ਤਾਂ ਬੇਅਦਬੀ ਮੈਂ ਦੱਸ ਰਿਹਾ ਨਾ, ਬੇਅਦਬੀ ਮੱਲਕੇ ਦੇ ਵਿੱਚ ਹੁੰਦੀ ਆ। ਗੁਰਸੇਵਕ ਸਿੰਘ ਫੌਜੀ ਨੂੰ ਡੇਰਾ ਸਰਸੇ ਵਾਲੇ ਇੱਕ ਚੈੱਕ ਦਿੰਦੇ ਆ ਉਹਨੂੰ ਖਰੀਦਣ ਦੇ ਲਈ,
ਤਾਂ ਅੱਜ ਦੇ ਟਾਈਮ ਗੁਰਸੇਵਕ ਸਿੰਘ ਫੌਜੀ ਖੁਦ ਕੱਲਾ ਕੇਸ ਲੜ ਰਿਹਾ ਆਪਣੇ ਵਕੀਲ ਕਰਕੇ, ਤਾਂ ਉਹ ਮੰਡ ਸਾਹਿਬ ਨੂੰ ਫੋਨ ਲਾ ਕੇ ਕਹਿੰਦਾ ਵੀ ਅਸੀਂ ਵਕੀਲ ਕਰਨਾ, ਪੈਸੇ ਦਿਓ, ਕੌਮ ਦਾ ਪੈਸਾ ਬਗਰਾੜੀ ਮੋਰਚੇ ਮਾਨ ਸਾਹਿਬ ਕੀ ਕਹਿੰਦੇ? ਤੇ ਮੰਡ ਸਾਹਿਬ ਕਹਿੰਦੇ ਜਥੇਬੰਦੀਆਂ ਨਾਲ ਗੱਲ ਕਰਕੇ ਅਸੀਂ ਦੇਵਾਂਗੇ। ਇਹ ਔਨ ਤੁਸੀਂ ਗੱਲ ਕੀਤੀ ਹੈ ਵਕੀਲ ਨੇ, ਤੁਸੀਂ ਵਕੀਲ ਦੀ ਗੱਲ ਕੀਤੀ ਹੈ? ਵਕੀਲ ਦੀ ਗੱਲ ਗੁਰਸੇਵਕ ਫੌਜੀ ਨੇ, ਰਾਜਾ ਖਖਰਾਣਾ ਵੀਰ, ਉਹਨਾਂ ਨੇ ਕੀਤੀ ਆ ਗੁਰਦੁਆਰੇ ਦੇ ਵਿੱਚ ਬਹਿ ਕੇ। ਤੁਹਾਡੇ ਵਾਲੇ ਇਸ ਕੇਸ ਦੇ ਸੰਬੰਧੀ ਕਿ ਆਪਦੇ ਸੰਬੰਧੀ? ਨਹੀਂ, ਉਹਨਾਂ ਨੇ ਬੇਅਦਬੀ ਮੈਂ ਬੇਅਦਬੀ ਦੀ ਸੰਬੰਧ ਦੀ ਗੱਲ ਕਰ ਰਿਹਾ, ਬੇਅਦਬੀ ਦੇ ਕੇਸ ਦੇ ਸੰਬੰਧ ਦੀ ਗੱਲ ਕਰਦੇ ਆਪਾਂ, ਕਿਉਂਕਿ ਡੇਰੇ ਵਾਲੇ ਬੇਅਦਬੀ ਕਰਦੇ ਆ, ਚੋਰ ਜਿਹੜਾ ਚੋਰ ਆ, ਮਤਲਬ ਜਿਹੜਾ ਤੁਹਾਡੇ ਮਤਲਬ ਜਿਹੜਾ ਕੇਸ ਚੱਲ ਰਿਹਾ ਉਹਦੇ ਤੋਂ ਹਟ ਕੇ ਜਿਹੜਾ ਬੇਅਦਬੀ ਵਾਲਾ ਉੱਥੇ ਹੀ ਪੈਸਾ ਲਾਉਣ ਨੂੰ ਤਿਆਰ ਨਹੀਂ, ਫਿਰ ਤੁਹਾਡੇ ਵਾਲੇ ਤੇ ਕਦੋਂ ਲਾਉਣਗੇ? ਮੇਰੇ ਵਾਲੇ ਤੇ ਤਾਂ ਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ। ਮੇਰੇ ਵਾਲੇ ਤੇ ਤਾਂ ਜੇ ਆਪਾਂ ਕਦੇ ਕੱਲੀ ਗੱਲਬਾਤ ਕਰਕੇ ਤਾਂ ਬਹੁਤ ਵੱਡੀਆਂ ਗੱਲਾਂ ਬਣ ਜਾਂਦੀਆਂ। ਬੇਅਦਬੀ ਦੇ ਸੰਬੰਧ 'ਚ ਹੀ ਗੱਲ ਕਰਦਾ ਮੈਂ। ਬੇਅਦਬੀ ਹਰ ਇੱਕ ਮਤਲਬ ਸਿੱਖ ਦਾ ਗੁਰੂ, ਜੇ ਆਪਾਂ ਕਹਿੰਦੇ ਆ ਬਈ ਗੁਰੂ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ, ਹਰ ਇੱਕ ਸਿੱਖ ਦੇ ਆ, ਤੇ ਜੇ ਆਪਾਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਤਾਂ ਹਰ ਇੱਕ ਉੱਥੇ ਸਿੱਖ ਵਕੀਲ ਆਪਣਾ ਖੜਾ ਕਰ ਸਕਦਾ। ਤਾਂ ਉੱਥੇ ਸਾਡੇ ਕੌਮ ਦੇ ਕਾਰਨ ਕੀ ਮੰਗਦੇ? ਫਿਰ ਆਗੂ ਤਾਂ ਜਥੇਬੰਦੀਆਂ ਤਾਂ ਬਣ ਜਾਂਦੀਆਂ, ਸਟੇਜ ਤੇ ਕਹਿੰਦੀਆਂ ਸਾਨੂੰ 1 ਮਿੰਟ ਬੋਲਣ ਦਾ ਟਾਈਮ ਨਹੀਂ ਦਿੱਤਾ, ਜਾਂ 1 ਮਿੰਟ ਹੀ ਕਿਉਂ ਦਿੱਤਾ? ਗੁੱਸਾ ਤੁਹਾਡੇ ਨਾਲ, ਨਾਰਾਜ਼ਗੀ ਆ, ਕਿਉਂਕਿ ਤੁਸੀਂ 50 ਜਥੇਬੰਦੀਆਂ ਨੇ, 2 ਮਿੰਟ ਦੇ ਹਿਸਾਬ ਨਾਲ ਬਣਾਓ ਕਿੰਨੇ ਟਾਈਮ ਬਣ ਗਏ? 100 ਮਿੰਟ ਬਣਦਾ, 1.5-2 ਘੰਟੇ ਬਣ ਜਾਂਦੇ ਆ, 1.5-2 ਘੰਟੇ ਸਟੇਜ ਉਹਨਾਂ ਨੂੰ ਦੇ ਦਿੰਦੇ ਆ। ਮੰਨ ਲਓ 2 ਮਿੰਟ ਲੈ ਕੇ ਵੀ ਉਹ ਕਹਿੰਦੇ ਕਿ ਸਾਨੂੰ ਟਾਈਮ ਘੱਟ ਦਿੱਤਾ, ਪਰ ਜਦੋਂ ਫਿਰ ਇਦਾਂ ਦੀ ਗੱਲ ਆਉਂਦੀ ਉਦੋਂ ਕਿੱਥੇ ਹੁੰਦੇ ਆ? ਦੇਖੋ ਜੀ, ਇਕੱਲੇ ਸਟੇਜਾਂ ਤੇ ਰੌਲਾ ਪਾਉਣ ਨਾਲ ਆਗੂ ਨਹੀਂ ਬਣਿਆ ਜਾਂਦਾ। ਗਰਾਊਂਡ ਲੈਵਲ ਤੇ ਕੰਮ ਕਰਕੇ ਦਿਖਾਓ ਲੋਕਾਂ ਨੂੰ ਕਿ ਮੰਡ ਸਾਹਿਬ ਦਾ ਫਰਜ਼ ਨਹੀਂ ਸੀਗਾ ਵੀ ਜਥੇਦਾਰ ਰਖਵਾਉਣਾ, ਤਾਂ ਕਹਿ ਦਿੰਦੇ ਕੌਮ ਨੇ ਲਾਤਾ, ਕੌਮ ਨੇ ਇੱਕ ਦਿਨ ਇਕੱਠ ਕਰਕੇ ਤੁਹਾਨੂੰ ਜ਼ਿੰਮੇਵਾਰੀ ਦੇਤੀ, ਤੁਸੀਂ ਕੌਮ ਦੀ ਜ਼ਿੰਮੇਵਾਰੀ ਨਿਭਾਓ। ਤਰੀਕ ਪੈਂਦੀ ਆ, ਕਿਸੇ ਨੂੰ ਤਰੀਕ ਪਤਾ ਨਹੀਂ ਹੁੰਦੀ ਕਿੱਦਾਂ ਆ, ਕੀ ਹਿਸਾਬ ਕਿਤਾਬ ਆ, ਮੜਾ ਜਿਹਾ ਅਪਡੇਟ CID ਵਾਲਿਆਂ ਨੂੰ ਹੁੰਦੀ ਹੈ ਨਾ ਕੋਲੇ, ਚੱਕ ਕੇ ਲੈ ਕੇ ਪਾਉਣਾ ਸੌਖਾ, ਵੀ ਲੈ ਕੇ ਪਾਤਾ ਵੀ ਅੱਜ ਆਹ ਕਰਤਾ, ਥੱਲੇ ਜਿੰਦਾਬਾਦ ਫਲਾਣਾ ਸਿੰਘ, ਬਗਰਾੜੀ ਮੋਰਚਾ ਜਿੰਦਾਬਾਦ, ਜਿਵੇਂ ਸਾਰਾ ਕੁਝ ਬਗਰਾੜੀ ਮੋਰਚੇ ਨੇ ਉੱਥੇ ਕੀਤਾ ਹੁੰਦਾ। ਮੈਂ ਗੱਲ ਕਰਦਾ ਸੀਗਾ ਵੀ ਵਕੀਲ ਦੀ, ਉਹ 'ਚ ਕਰ ਸਕਦੇ ਆ। ਤੇ ਗੁਰਸੇਵਕ ਸਿੰਘ ਫੌਜੀ ਨੂੰ ਜਵਾਬ ਇਹ ਕਹਿ ਕੇ ਦਿੱਤਾ ਗਿਆ ਵੀ ਵਕੀਲ ਦਾ ਜਿਹੜਾ ਖਰਚਾ ਜਾਂ ਵਕੀਲ ਦੇ ਜਿਹੜੇ ਪੈਸੇ ਤੁਹਾਡੇ ਦੇਣੇ ਆ ਜਾਂ ਦੇਣ ਦੀ ਗੱਲ ਆ ਤਾਂ ਜਥੇਬੰਦੀਆਂ ਨਾਲ ਗੱਲ ਕਰਾਂਗੇ। ਹੁਣ ਜਥੇਬੰਦੀਆਂ ਕਿਹੜੀਆਂ ਇਸ ਕੁਝ ਹੈ ਪਤਾ? ਜਥੇਬੰਦੀਆਂ ਨਾਲ ਆਪਾਂ ਗੱਲ ਕਰਦੇ ਹਾਂ, ਜਥੇਬੰਦੀਆਂ ਕਹਿੰਦੀਆਂ ਡਿਕਟੇਟਰਸ਼ਿਪ ਹੀ ਜਥੇਦਾਰ ਮੰਡ ਕੋਲੇ ਸੀ, ਤੇ ਜਥੇਦਾਰ ਮੰਡ ਕਹਿੰਦਾ ਮੈਂ ਜਥੇਬੰਦੀਆਂ ਨਾਲ ਗੱਲ ਕਰਕੇ। ਵੈਸੇ ਆਪਾਂ ਨਿੱਜੀ ਗੱਲ ਕਰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਕਿ ਬਰਗਾੜੀ 'ਚ ਕਿਹੜੀ ਪ੍ਰਾਪਤੀ ਹੋਈ? ਜੀ ਕੋਈ ਨਹੀਂ ਹੋਈ, ਬਗਰਾੜੀ 'ਚੋਂ ਪ੍ਰਾਪਤੀ ਕੋਈ ਨਹੀਂ ਹੋਈ। ਕੌਮ ਰੋਲੀ ਗਈ ਹੈ, ਕੌਮ ਧੱਕੀ ਗਈ ਹੈ, ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਕੀਤੇ ਗਏ ਆ। ਮਤਲਬ ਆਗੂਆਂ ਤੇ ਸਵਾਲ ਖੜੇ ਕਰਤੇ, ਕੋਈ ਆਗੂ ਬਣ ਨਾ ਪਾਵੇ। ਜੇ ਕੋਈ ਚੰਗਾ ਵੀ ਆਉਂਦਾ ਤਾਂ ਇਹਦਾ ਮਤਲਬ ਹੈ ਵੀ ਸ਼ੰਕੇ ਦੇ ਘੇਰੇ 'ਚ ਲੈ ਲਓ ਉਹਨੂੰ, ਦੂਜੇ ਲੈਣਗੇ, ਕਿਉਂਕਿ ਜਿਨ੍ਹਾਂ ਨੂੰ ਅੱਜ ਸ਼ੱਕ ਹੋਇਆ ਤਾਂ ਅਗਲੇ ਸ਼ੱਕ ਕਰਨਗੇ, ਚੰਗੇ ਤੇ ਵੀ ਸ਼ੱਕ ਕਰਨਗੇ। ਕਿਸਾਨ ਅੰਦੋਲਨ ਚੱਲ ਰਿਹਾ, ਆਪਣਾ ਪੂਰਾ ਸਮਰਥਨ ਆ, ਆਪਾਂ ਆਪਣੀ ਹੋਂਦ ਦੀ ਜ਼ਮੀਨ ਦੀ ਲੜਾਈ ਲੜ ਰਹੇ ਆ, ਵੀ ਸਾਡੇ ਹੱਥੋਂ ਖੁੱਸਦੀ ਜਾ ਰਹੀ ਆ। ਪਰ ਉਹ ਸਟੇਜ ਤੇ ਕਿਤੇ ਨਾ ਕਿਤੇ ਇੱਕੋ ਇੱਕ ਮੋਰਚੇ ਦੀ ਗੱਲ ਹੁੰਦੀ ਆ ਵੀ ਦੇਖੋ ਕਿਤੇ ਬਗਰਾੜੀ ਵਾਲੀ ਨਾ ਕਰ ਲਿਓ। ਇਹ ਸਵਾਲ ਆਗੂਆਂ ਨੂੰ ਮੈਂ ਸ਼ੁਰੂ 'ਚ ਹੀ ਕੀਤੇ ਸੀ। ਮੈਂ ਉਹਨਾਂ ਨੂੰ ਕਿਹਾ ਸੀ ਕਿਤੇ ਬਰਗਾੜੀ ਵਾਲੀ ਨਾ ਹੋ ਜਾਏ, ਕਿਤੇ ਪੈਸੇ ਪਿੱਛੇ ਨਾ ਲੜ ਪਿਓ। ਉਹ ਕਹਿੰਦੇ ਸੀ ਨਹੀਂ, ਪਰ ਬੰਦਾ ਉਹ ਵੀ ਉੱਥੇ ਜਾਂਦਾ। ਚਲੋ ਇੱਕ ਟੌਪਿਕ ਅਲੱਗ ਆ, ਉਹ ਛੱਡ ਦਿੰਨੇ ਆਪਾਂ ਇਸੇ ਗੱਲ ਤੇ। ਬਈ ਲੋਕਾਂ ਕੋਲੇ ਆਧਾਰਨ ਉੱਥੇ ਚੰਗੀ ਇਹ ਬਣਨੀ ਚਾਹੀਦੀ ਸੀ ਵੀ ਅਸੀਂ ਬਗਰਾੜੀ ਵਾਂਗ ਜਿੱਤ ਕੇ ਮੁੜਾਂਗੇ। ਮਤਲਬ ਉਹ ਚੀਜ਼ ਵੇਖਣੀ ਚਾਹੁੰਦੇ ਆ, ਅਸੀਂ ਉਹ ਦੇਖਣੀ ਚਾਹੁੰਦੇ ਬਗਰਾੜੀ ਵਾਂਗ। ਬਈ ਹੁਣ ਇਹ ਕਹਿੰਦੇ ਵੀ ਕਿਤੇ ਉਹਦੇ ਲਈ ਕਰਨਾ ਦਿਓ। ਇਹ ਕਹਿੰਦੇ ਆ ਵੀ ਲੋਕ, ਹੁਣ ਮੈਂ ਸਵਾਲ ਚੱਕਦਾ ਤਾਂ ਉਂਗਲਾਂ ਚੱਕਣਗੇ ਵੀ ਸੁਖਰਾਜ ਸਵਾਲ ਚੱਕਦਾ ਇਦਾਂ ਕਰਦਾ, ਪਰ ਇਹ ਉੱਥੇ ਇਹ ਨਹੀਂ ਦੇਖਦੇ ਵੀ ਲੋਕ ਤੁਹਾਡੀ ਉਦਾਹਰਨ ਸਟੇਜ ਤੇ ਜਾ ਕੇ ਦਿੰਦੇ ਬਗਰਾੜੀ ਵਾਲੀ ਨਾ ਕਰ ਲਿਓ, ਤੁਸੀਂ ਉਹਨਾਂ ਦੇ ਗਲ 'ਚ ਅੰਗੂਠਾ ਦੇ ਕੇ ਦਿਖਾਓਗਾ। ਕਿਹੜੇ ਭੋਰੇ 'ਚ ਰਹਿੰਦੇ ਆ ਬਾਬਾ ਜੀ? ਇਹ ਉਹੀ ਦੱਸ ਸਕਦਾ। ਮੈਂ ਤਾਂ ਇਹ ਮੋਰਚੇ ਤੋਂ ਬਾਅਦ ਦੀ ਕਦੇ ਆਪਣੀ ਫਤਿਹ ਦੀ ਸਾਂਝ ਵੀ ਨਹੀਂ ਹੋਈ ਉਹਨਾਂ ਨਾਲ, ਨਾ ਵੀ ਨਹੀਂ ਦੇਖੇ ਵੀ ਨਹੀਂ। ਇੱਕ ਵਾਰ ਮਤਲਬ ਉਦੋਂ ਬਾਅਦ 'ਚ ਦੇਖੇ ਸੀਗੇ। ਅਰਸੀ ਦੇ ਆਉਂਦੇ ਆ? ਨਹੀਂ ਜੀ, ਉਸ ਤੋਂ ਬਾਅਦ 2 ਪ੍ਰੋਗਰਾਮ ਕਰ ਚੁੱਕਿਆ ਮੈਂ, ਨਹੀਂ ਆਇਆ। ਇਨਵੀਟੇਸ਼ਨ ਦਿੱਤਾ ਉਹਨਾਂ ਦੇ ਲਈ ਤਾਂ ਉਹ ਜੇਬ ਖਰਚਾ ਇਕੱਠਾ ਕਰਨ ਆਏ ਸੀ, ਫਿਰ ਉਹ ਦਰਦ ਰੱਖ ਕੇ ਥੋੜੀ ਆਏ ਸੀ। ਜੇ ਮੰਗ ਮੰਨੀ ਹੁੰਦੀ ਤਾਂ ਇਨਵੀਟੇਸ਼ਨ ਸ਼ਹੀਦੀ ਪਰਿਵਾਰ ਤੇ ਬਣਦਾ ਵੀ ਨਹੀਂ। ਇਨਵੀਟੇਸ਼ਨ ਮੇਰੇ ਕਾਹਦਾ ਬਣਦਾ? ਇਹ ਕੀ ਸ਼ਹੀਦ? ਜੇ ਮੇਰਾ ਘਰ ਦਾ ਇਕੱਲਾ ਸ਼ਹੀਦ ਆ ਫਿਰ ਤਾਂ ਮੈਂ ਘਰ ਜਾ ਕੇ ਕਹਿੰਦਾ ਵੀ ਚੰਗਾ ਲੱਗਦਾ ਵੀ ਹਾਂ ਤੁਸੀਂ ਆਇਓ। ਉਹਦਾ ਸ਼ਹੀਦ ਦਾ ਮਤਲਬ ਕੌਮ ਦਾ ਮਰਜ਼ੀ ਆਵੇ, ਜੀ ਜਿਹੜੇ ਮਰਜ਼ੀ ਆਉਣ, ਜੀ ਆਇਆਂ ਨੂੰ। ਪਰ ਲੋਕਾਂ ਦੇ ਸਵਾਲਾਂ ਕੀ ਕਰਦੇ ਹੋ? ਆਪਣਾ ਸਮਾਂ ਬਹੁਤ ਹੁੰਦਾ ਜਾ ਰਿਹਾ, ਹੁਣ ਉਮੀਦ ਕੀ ਕਰਦੇ ਹੋ ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ, ਜਾਂ ਕਿਹਨੂੰ ਅੱਗੇ ਆਉਣਾ ਚਾਹੀਦਾ? ਇੱਕ ਅਸੀਂ ਤਾਂ, ਮੈਂ ਤਾਂ ਇਹੀ ਉਮੀਦ ਜ਼ਿਆਦਾ ਕਰਦਾ ਜੀ, ਸਾਰਿਆਂ ਨੂੰ ਇੱਕਾ ਬਣਾ ਕੇ ਚੱਲਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਰਕੇ, ਅਗਵਾਈ ਨੂੰ ਮੰਨ ਕੇ ਆਪਾਂ ਚੱਲ ਗਏ ਤਾਂ ਜਾ ਕੇ ਕੌਮ ਦਾ ਤੇ ਪੰਜਾਬ ਦਾ ਭਲਾ ਕਰਾ ਸਕਦੇ ਹੋ। ਚਾਹੇ ਕਿਸਾਨ ਅੰਦੋਲਨ ਆ, ਚਾਹੇ ਬੇਅਦਬੀ ਦੇ ਮੁੱਦੇ ਆ, ਤੇ ਚਾਹੇ ਦੋਸ਼ੀਆਂ ਨੂੰ ਜੇਲ੍ਹਾਂ ਦੇ ਵਿੱਚ ਧੱਕਣ ਤੱਕ ਦਾ ਕੰਮ ਆ। ਉਹਦੇ ਲਈ ਸਾਨੂੰ ਸਾਰਿਆਂ ਨੂੰ ਇੱਕਾ ਬਣਾਉਣਾ ਚਾਹੀਦਾ। ਜੇ ਗੱਲ ਅਦਾਲਤਾਂ ਦੀ ਰਹਿੰਦੀ ਹੈ ਤਾਂ ਉੱਥੇ ਆਪਾਂ ਦੋਸ਼ੀ ਆ, ਇੱਕ ਦੋਸ਼ੀ ਆਉਂਦੇ ਆ। ਜੇ ਸੈਣੀ ਦੀ ਗੱਲ ਕਰੀਏ ਤਾਂ ਉਹ ਆਪਣੇ 50 ਤੋਂ 30 ਬੰਦੇ ਜਿਹੜੇ ਸਿਵਲ ਦੇ ਵਿੱਚ ਲੈ ਕੇ ਉੱਥੇ ਆ ਜਾਂਦਾ। ਕਿ ਲੋਕ ਉਹਨੂੰ ਇੰਨਾ ਪਿਆਰ ਕਰਦੇ ਆ, ਗੁਰੂ ਨੂੰ ਪਿਆਰ ਨਹੀਂ ਕਰਦੇ। ਜੇ ਆਪਾਂ ਉੱਥੇ ਮਤਲਬ ਸੈਣੀ ਦੀ ਪੇਸ਼ੀ ਤੇ ਆਪਾਂ ਆਪ ਖੁਦ ਆਪਣਾ ਇਕੱਠ ਦਿਖਾ ਸਕਦੇ ਹਾਂ, ਜੁਡੀਸ਼ਲੀ ਦੇ ਵਿੱਚ ਪ੍ਰਭਾਵ ਪੈਂਦਾ। ਜੇ ਉਹਨਾਂ ਦੇ 50 ਤੋਂ 70 ਬੰਦੇ ਸੀਗੇ ਤੇ ਤੁਹਾਡੇ ਕਿੰਨੇ ਸੀ? ਇਕੱਲਾ ਹੀ ਸੀਗਾ ਜੀ। ਕੌਮ ਕਿੱਥੇ ਆ? ਕੌਮ ਫੇਸਬੁੱਕ ਤੇ।
ਸਟੇਟਸ ਪਾਉਣ 'ਤੇ ਲਿਖ ਕੇ ਪਾਉਣਾ ਸੌਖਾ ਹੋ ਜਾਂਦਾ ਜੀ। ਬਿਲਕੁਲ ਜੀ, ਹੁਣ ਆਪਾਂ ਇੱਥੇ ਮੇਰੇ ਨਾਲ ਸਮਾਪਤੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਕੌਮ ਬੈਠੀ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਬੈਠੀ ਹੀ ਗੱਲਾਂ ਕਰ ਜੋਗੇ ਆ। ਗੱਲ ਹੁਣ ਇਹ ਹੈ ਕਿ ਜਦੋਂ ਉਹ ਬੰਦਾ 100 ਦਾ ਇਕੱਠ ਕਰ ਸਕਦਾ ਹੈ, ਅਤੇ ਫਿਰ ਜਿਹੜੀ ਗੱਲ ਪਿੱਛੇ ਆਪਾਂ ਲੜਾਈ ਲੜ ਰਹੇ ਹਾਂ, ਜਾਂ ਜੋ ਮੋਰਚੇ ਲੱਗਦੇ ਨੇ, ਜਾਂ ਮੋਰਚਿਆਂ ਨੂੰ ਲੈ ਕੇ ਪੈਸਾ ਇਕੱਠਾ ਕੀਤਾ ਜਾਂਦਾ, ਜਾਂ ਕਹਿੰਦੇ ਸਾਡੀਆਂ ਪ੍ਰਾਪਤੀਆਂ ਬੜੀਆਂ ਹੋ ਗਈਆਂ, ਉਹ ਆਗੂ ਕਿੱਥੇ ਆ? ਕਿਹੜੇ ਭੋਰੇ 'ਚ ਬੈਠੇ ਆ? ਜੇ ਸਾਨੂੰ ਵੀ ਦੱਸ ਦਿਓ, ਅਸੀਂ ਵੀ ਇੰਟਰਵਿਊ ਕਰਨੀ ਚਾਹੁੰਦੇ ਹਾਂ। ਜੇ ਕਿਸੇ ਨੂੰ ਪਤਾ ਹੋਵੇ ਕਿਹੜੇ ਭੋਰੇ 'ਚ ਬੈਠੇ, ਤੇ ਅਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਸੀਂ ਪਹੁੰਚ ਕਰਾਂਗੇ ਉਹਨਾਂ ਤੱਕ। ਕੋਈ ਵੀ ਆਗੂ ਹੋਵੇ, ਅਸੀਂ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰ ਰਹੇ। ਉਹਨਾਂ ਆਗੂਆਂ ਦੇ ਵਿੱਚੋਂ ਬਹੁਤ ਆਗੂ ਸੀਗੇ, ਚਾਹੇ ਕੋਈ ਪੱਲਾ ਝਾੜ ਗਿਆ ਅਤੇ ਚਾਹੇ ਕੋਈ ਝਾੜਨਾ ਚਾਹੁੰਦਾ, ਅਤੇ ਜਾਂ ਚਾਹੇ 'ਤੇ ਇਲਜ਼ਾਮ ਲੱਗ ਗਿਆ। ਪਰ ਕੋਈ ਵੀ ਹੋਵੇ, ਉਹਨਾਂ ਦੇ ਵਿੱਚੋਂ ਆਗੂ ਜਿਹੜੇ ਬਣੇ ਸੀ, ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਸਾਡੀ ਵੀ। ਪਰ ਗੱਲ ਇੱਥੇ ਇਹ ਹੈ ਕਿ ਕੌਮ ਇਕੱਠੀ ਕਿਉਂ ਨਹੀਂ ਹੁੰਦੀ ਗੀ? ਉਹ ਇਕੱਠੇ ਕਿਉਂ ਹੋ ਜਾਂਦੇ ਨੇ? ਜਦੋਂ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਹੈ ਅਤੇ ਮਿਲ ਕਿਉਂ ਨਹੀਂ ਰਹੀਗੀ? ਕੌਣ ਉਹਨਾਂ ਦੀ ਸਪੋਰਟ ਕਰ ਰਿਹਾ? ਕਿ ਸਿਆਸਤ ਖੇਡੀ ਜਾ ਰਹੀ ਹੈ, ਜਾਂ 22 ਦੇ ਵਿੱਚ ਇਲੈਕਸ਼ਨ 'ਚ ਫਿਰ ਉਸੇ ਤਰ੍ਹਾਂ ਵੋਟਾਂ ਇਕੱਠੀਆਂ ਕੀਤੀਆਂ ਜਾਣੀਆਂ? ਬੜੇ ਸਵਾਲ ਨੇ। ਇਹ ਸਵਾਲਾਂ ਦਾ ਇੱਕ ਮੁੱਦਾ ਬਣੇਗਾ 22 ਦੇ ਇਲੈਕਸ਼ਨ ਤੋਂ ਪਹਿਲਾਂ 21 ਚੱਲਿਆ ਹੋਇਆ। ਹੁਣ ਜਦੋਂ ਚੋਣ ਜਾਬਤਾ ਲੱਗਣਾ, ਉਦੋਂ ਪਹਿਲਾਂ ਸਟੇਜਾਂ 'ਤੇ ਗੱਲਾਂ ਫਿਰ ਉਭਾਰੀਆਂ ਜਾਣੀਆਂ। ਸੁਖਰਾਜ ਸਿੰਘ ਦੇ ਘਰ ਤੱਕ ਵੀ ਪਹੁੰਚਾਂ ਕੀਤੀਆਂ ਜਾਣੀਆਂ। ਹੋ ਸਕਦਾ ਇਹਨਾਂ ਨੂੰ ਵੀ ਸਟੇਜ 'ਤੇ ਕਿਸੇ 'ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਤੁਹਾਨੂੰ ਇਨਸਾਫ ਦਿਵਾਵਾਂਗੇ ਜੇ ਸਾਡੀ ਸਰਕਾਰ ਆਉਂਦੀ ਆ। ਪਰ ਮੈਨੂੰ ਲੱਗਦਾ ਹੈ ਕਿ ਸਭ ਵਾਅਦੇ ਝੂਠੇ ਨੇ। ਜੇ ਸੱਚੇ ਹੁੰਦੇ ਤੇ 15 ਤੋਂ ਬਾਅਦ 17 ਦਾ ਇਲੈਕਸ਼ਨ ਆਉਂਦਾ, ਤੇ 17 ਤੋਂ ਬਾਅਦ 19 ਵਾਲਾ ਇਲੈਕਸ਼ਨ ਆਉਂਦਾ। ਕਿਸੇ ਨਾ ਕਿਸੇ ਇਲੈਕਸ਼ਨ 'ਚ ਤਾਂ ਪ੍ਰਾਪਤੀ ਹੋਣੀ ਚਾਹੀਦੀ ਨਾ। ਵਿਧਾਨ ਸਭਾ ਵੀ ਆ ਗਿਆ, ਲੋਕ ਸਭਾ ਵੀ ਆ ਗਿਆ, ਤਾਂ ਇਲੈਕਸ਼ਨ ਰਹਿ ਕਿਹੜਾ ਗਿਆ? ਇਸ ਕਰਕੇ ਹੁਣ ਜ਼ਿਆਦਾ ਉਮੀਦ ਜਿਹੜੀ ਆ ਇਹਨਾਂ ਲੋਕਾਂ ਤੋਂ ਤਾਂ ਨਹੀਂ ਗਈ, ਪਰ ਸਾਨੂੰ ਕੌਮ ਤੋਂ ਬਹੁਤ ਵੱਡੀ ਉਮੀਦ ਹੈ ਕਿ ਜੇਕਰ ਕੌਮ ਨੂੰ ਪਿਆਰ ਕਰਨ ਵਾਲੇ ਦਰਦੀ ਇੱਕ ਵਕੀਲ ਖੜਾ ਕਰਕੇ, ਉਹਦੇ 'ਤੇ ਖਰਚਾ ਕਰਕੇ, ਜੇਕਰ ਬੈਕਅਪ 'ਤੇ ਸਪੋਰਟ ਕੀਤੀ ਜਾਂਦੀ ਹੈ ਇਸ ਪਰਿਵਾਰ ਦੀ, ਅਤੇ ਉਹ ਕੇਸ ਜਿਹੜਾ ਉਹ ਅੱਗੇ ਲਿਜਾਇਆ ਜਾ ਸਕਦਾ। ਹੁਣ ਗੱਲ ਇੱਥੇ ਹੀ ਲੱਗੀ ਆ। ਮੈਨੂੰ ਜਿਹੜੀ ਇੰਟਰਵਿਊ ਸੁਣ ਕੇ ਤੁਹਾਨੂੰ ਵੀ ਲੱਗੀ ਹੋਣੀ, ਮੈਨੂੰ ਇੰਟਰਵਿਊ ਕਰਕੇ ਲੱਗਿਆ ਕਿ ਤੁਹਾਨੂੰ ਸੁਣ ਕੇ ਲੱਗਿਆ ਹੋਊਗਾ ਕਿ ਇੱਕ ਵਕੀਲ ਦੀ ਕਮੀ ਰਹਿ ਗਈ। ਜਿੱਥੇ ਸਰਕਾਰੀ ਵਕੀਲ ਦੇ ਨਾਲ ਪ੍ਰਾਈਵੇਟ ਵਕੀਲ ਖੜਾ ਕੀਤਾ ਹੁੰਦਾ, ਅਤੇ ਸ਼ਾਇਦ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਜਾਂ ਸਾਡੀਆਂ ਇੰਟਰਵਿਊ ਨੇ, ਇਹ ਹੋਰ ਤਰੀਕੇ ਦੀਆਂ ਹੁੰਦੀਆਂ। ਇਹਦੇ ਵਿੱਚ ਉਹ ਜਿਹੜੇ ਜ਼ਮਾਨਤ ਖਾਰਜ ਹੋਣ ਦੀਆਂ ਗੱਲਾਂ ਹੁੰਦੀਆਂ, ਜਾਂ ਜ਼ਮਾਨਤ ਨਾ ਮਿਲਣ ਦੀਆਂ ਗੱਲਾਂ ਤਾਂ ਨਹੀਂ ਹੋਣੀਆਂ ਸੀਗੀਆਂ। ਇਸ ਕਰਕੇ ਹੁਣ ਤੁਹਾਨੂੰ ਆਪ ਨੂੰ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਹੋਣਾ ਚਾਹੀਦਾ ਹੈ, ਜਾਂ ਤੁਸੀਂ ਕਿੱਦਾਂ ਦਾ ਦਰਦ ਦੇਖਦੇ ਹੋ, ਜਾਂ ਕਿੱਦਾਂ ਦਾ ਕੀ ਕੁਛ ਜਿਹੜਾ ਹੋਣਾ ਚਾਹੀਦਾ। ਸਾਡੀ ਕੋਸ਼ਿਸ਼ ਹੈ ਉਹਨਾਂ ਪਰਿਵਾਰਾਂ ਤੱਕ ਪਹੁੰਚਣ ਦੀ, ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੀ, ਤੁਹਾਡੇ ਤੱਕ ਰੱਖਣ ਦੀ। ਫੈਸਲਾ ਤੁਹਾਡੇ ਹੱਥ ਆ।